नमस्कार, आदाब, सत श्री अकाल। चैनल पंजाबी देख रहे सारे ही दर्शकों का स्वागत है। मैं हाँ दविंदर कौर ते हाज़र हाँ लैके देश विदेश और प्रवासियों नाल जुड़ियां कुछ खास खबरां। सब तो पहला नज़र मार लैंदे हां अहम सुर्खियां ते। बिना सबसिडी वाले प्राइवेट कॉलेजां दी वधियां मुश्किलां, कॉलेजां जरिए इमीग्रेशन दा राह बंद करेगी सरकार। कैनेडा ने बदलिया सुपर वीज़ा, हुण माता पिता ते दादा दादी 5 साल तक रह सकणगे नाल, भारतीयां नूं होवेगा सब तो ज़्यादा फायदा। बिल 96 दे पास होने तो बाद निराश ਹਨ इमीग्रेंट्स, विद्यार्थियों ਲਈ 2024 ਤੋਂ फ्रेंच ਦੇ 3 कोर्स पढ़ने लाजमी। ਤੇ ਹੁਣ ਇਹਨਾਂ ਸਰਗਰਮੀਆਂ ਦਾ ਵਿਸਥਾਰ। ਕਿਊਬੈਕ ਦੇ ਲੇਬਰ ਮੰਤਰੀ ਅਤੇ ਫੈਡਰਲ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸਰਕਾਰ ਬਿਨਾਂ ਸਬਸਿਡੀ ਵਾਲੇ ਪ੍ਰਾਈਵੇਟ ਕਾਲਜਾਂ ਦੇ ਜ਼ਰੀਏ ਇਮੀਗ੍ਰੇਸ਼ਨ ਦਾ ਰਾਹ ਬੰਦ ਕਰੇਗੀ ਅਤੇ ਇਸ ਤਬਦੀਲੀ ਦਾ ਉਦੇਸ਼ ਕੁਝ ਬਿਨਾਂ ਸਬਸਿਡੀ ਵਾਲੇ ਪ੍ਰਾਈਵੇਟ ਕਾਲਜਾਂ ਬਾਰੇ ਜਾਂਚ ਵਿੱਚ ਸਾਹਮਣੇ ਆਏ ਨੁਕਸਾਨਾਂ ਦੀ ਭਰਪਾਈ ਕਰਨਾ ਹੋਵੇਗਾ। ਕੈਨੇਡਾ ਦੇ ਵਿੱਚ ਪੈਂਦੇ ਕਿਊਬੈਕ ਸੂਬੇ ਦੀ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕਿਊਬੈਕ ਦੇ ਬਿਨਾਂ ਸਬਸਿਡੀ ਵਾਲੇ ਪ੍ਰਾਈਵੇਟ ਕਾਲਜਾਂ ਵਿੱਚ ਦਾਖਲਾ ਲੈਣ ਦੇ ਜ਼ਰੀਏ ਕੈਨੇਡਾ ਵਿੱਚ ਪੱਕੇ ਹੋਣ ਦਾ ਰਾਹ ਬੰਦ ਕਰ ਰਹੀ ਹੈ। ਫੈਡਰਲ ਸਰਕਾਰ ਦੇ ਸਹਿਯੋਗ ਨਾਲ ਕਿਊਬੈਕ ਸਰਕਾਰ ਨੇ ਨਵੇਂ ਨਿਯਮ ਤਿਆਰ ਕੀਤੇ ਨੇ ਜੋ ਕਿ ਸਤੰਬਰ 2023 ਤੋਂ ਲਾਗੂ ਹੋ ਜਾਣਗੇ। ਪਬਲਿਕ ਜਾਂ ਸਬਸਿਡੀ ਪ੍ਰਾਪਤ ਪ੍ਰਾਈਵੇਟ ਕਾਲਜਾਂ ਵਿੱਚ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀ ਹੀ ਵਰਕ ਪਰਮਿਟ ਲਈ ਯੋਗ ਹੋਣਗੇ। ਵਰਕ ਪਰਮਿਟ ਦੀ ਸੰਭਾਵਨਾ ਹੀ ਬਿਨਾਂ ਸਬਸਿਡੀ ਵਾਲੇ ਪ੍ਰਾਈਵੇਟ ਕਾਲਜਾਂ ਦਾ ਧੰਦਾ ਬਣ ਗਿਆ ਸੀ, ਜੋ ਵਿਦਿਆਰਥੀਆਂ ਕੋਲੋਂ ਸਾਲਾਨਾ $25,000 ਤੱਕ ਦੀ ਫੀਸ ਵੀ ਵਸੂਲ ਰਹੇ ਸਨ। ਕਿਊਬੈਕ ਵਿੱਚ ਭਾਰਤ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਜ਼ਬਰਦਸਤ ਵਾਧਾ ਦਰਜ ਹੋਇਆ ਹੈ। 2017-2018 ਵਿੱਚ ਕੁੱਲ 2,686 ਵਿਦਿਆਰਥੀਆਂ ਦੇ ਮੁਕਾਬਲੇ 2 ਸਾਲ ਬਾਅਦ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਕਰੀਬ 15,000 ਦਰਜ ਹੋਈ ਸੀ। ਇਹਨਾਂ ਵਿੱਚੋਂ ਜ਼ਿਆਦਾਤਰ ਨੇ ਬਿਨਾਂ ਸਬਸਿਡੀ ਵਾਲੇ ਪ੍ਰਾਈਵੇਟ ਕਾਲਜਾਂ ਵਿੱਚ ਦਾਖਲਾ ਲਿਆ ਸੀ। ਪਿਛਲੇ ਸਾਲ ਕੁਝ ਕਾਲਜ ਅਚਾਨਕ ਬੰਦ ਹੋ ਗਏ ਸਨ, ਜਿਨ੍ਹਾਂ ਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਅਜੇ ਵੀ ਉਹਨਾਂ ਦੀਆਂ ਫੀਸਾਂ ਵਾਪਸ ਨਹੀਂ ਕੀਤੀਆਂ ਗਈਆਂ। ਕਿਊਬੈਕ ਦੇ ਉੱਚ ਸਿੱਖਿਆ ਮੰਤਰਾਲੇ ਦੀ 2021 ਦੀ ਇੱਕ ਰਿਪੋਰਟ ਵਿੱਚ ਇਹਨਾਂ ਅਦਾਰਿਆਂ ਵਿੱਚ ਭਰਤੀ, ਦਾਖਲੇ ਅਤੇ ਅਧਿਆਪਨ ਵਿੱਚ ਬਹੁਤ ਸਾਰੀਆਂ ਖਾਮੀਆਂ ਦਾ ਖੁਲਾਸਾ ਕੀਤਾ ਗਿਆ ਸੀ। ਕਿਊਬੈਕ ਦੇ ਲੇਬਰ ਮੰਤਰੀ ਅਤੇ ਫੈਡਰਲ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਦੇ ਇੱਕ ਸਾਂਝੇ ਬਿਆਨ ਵਿੱਚ ਆਖਿਆ ਗਿਆ ਹੈ ਕਿ ਇਸ ਤਬਦੀਲੀ ਦਾ ਉਦੇਸ਼ ਕੁਝ ਬਿਨਾਂ ਸਬਸਿਡੀ ਵਾਲੇ ਪ੍ਰਾਈਵੇਟ ਕਾਲਜਾਂ ਬਾਰੇ ਜਾਂਚ ਵਿੱਚ ਸਾਹਮਣੇ ਆਏ ਨੁਕਸਾਨਾਂ ਦੀ ਭਰਪਾਈ ਕਰਨਾ ਹੈ। ਬਿਆਨ ਮੁਤਾਬਕ ਨਵੇਂ ਨਿਯਮ ਇਹ ਯਕੀਨੀ ਬਣਾਉਣਗੇ ਕਿ ਕਿਊਬੈਕ ਨੂੰ ਕੈਨੇਡਾ ਵਿੱਚ ਪੱਕੇ ਹੋਣ ਦੇ ਇੱਕ ਜ਼ਰੀਏ ਵਜੋਂ ਨਾ ਵਰਤਿਆ ਜਾਵੇ। ਬਾਕੀ ਸੂਬਿਆਂ ਵਿੱਚ ਬਗੈਰ ਸਬਸਿਡੀ ਪ੍ਰਾਪਤ ਪ੍ਰਾਈਵੇਟ ਕਾਲਜਾਂ ਤੋਂ ਪੜ੍ਹਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਮ ਤੌਰ ਤੇ ਵਰਕ ਪਰਮਿਟ ਨਹੀਂ ਦਿੱਤਾ ਜਾਂਦਾ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਐਕਸਪ੍ਰੈਸ ਐਂਟਰੀ ਯਾਨੀ ਕਿ ਈ ਵਿੱਚ 16 ਹੋਰ ਕਿਤੇ ਸ਼ਾਮਲ ਕੀਤੇ ਗਏ ਨੇ ਅਤੇ ਇਸ ਸਿਸਟਮ ਨੂੰ ਟੀਅਰ ਸਿਸਟਮ ਦਾ ਨਾਮ ਦਿੱਤਾ ਗਿਆ ਹੈ, ਜੋ ਕਿ ਨਵੰਬਰ 2022 ਤੋਂ ਲਾਗੂ ਹੋਵੇਗਾ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਵਿਦੇਸ਼ਾਂ ਤੋਂ ਵੱਧ ਲੋਕਾਂ ਨੂੰ ਖਿੱਚਣ ਲਈ ਐਕਸਪ੍ਰੈਸ ਐਂਟਰੀ ਯਾਨੀ ਕਿ ਈ ਵਿੱਚ 16 ਹੋਰ ਆਕਿਊਪੇਸ਼ਨਸ ਸ਼ਾਮਲ ਕੀਤੇ ਗਏ ਨੇ। ਬੀਤੇ ਸਾਲ ਤੋਂ ਨੈਸ਼ਨਲ ਆਕਿਊਪੇਸ਼ਨਲ ਕਲਾਸੀਫਿਕੇਸ਼ਨ ਯਾਨੀ ਕਿ NOC ਸਿਸਟਮ ਦੇ ਟ੍ਰੇਨਿੰਗ ਐਜੂਕੇਸ਼ਨ ਐਕਸਪੀਰੀਅੰਸ ਐਂਡ ਰਿਸਪੌਂਸਿਬਿਲਿਟੀ ਸਿਸਟਮ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਸੀ, ਜਿਸ ਦਾ ਨਾਮ ਟੀਅਰ ਸਿਸਟਮ ਰੱਖਿਆ ਗਿਆ ਅਤੇ ਉਸ ਵਿੱਚ ਪ੍ਰਬੰਧਕੀ ਅਤੇ ਤਕਨੀਕੀ ਤਜਰਬੇ ਵਾਲੇ ਮਾਹਰਾਂ ਦੇ ਨਾਲ ਲੇਬਰ ਕਲਾਸ ਤੋਂ ਵੀ ਕਾਮਿਆਂ ਨੂੰ ਕੈਨੇਡਾ ਵਿੱਚ ਪੱਕੇ ਹੋਣ ਦਾ ਮੌਕਾ ਮਿਲ ਸਕੇਗਾ। ਨਵਾਂ ਟੀਅਰ ਸਿਸਟਮ ਨਵੰਬਰ 2022 ਤੋਂ ਲਾਗੂ ਹੋਵੇਗਾ, ਜਿਸ ਵਿੱਚ ਵਿਅਕਤੀ ਆਪਣੀ ਪੜ੍ਹਾਈ, ਕੰਮ ਦਾ ਤਜਰਬਾ, ਕੈਨੇਡਾ ਦੀ ਭਾਸ਼ਾ ਦਾ ਗਿਆਨ ਅਤੇ ਉਮਰ ਆਦਿ ਦੇ ਆਧਾਰ ਤੇ ਕੰਪ੍ਰੀਹੈਂਸਿਵ ਰੈਂਕਿੰਗ ਸਿਸਟਮ ਦੇ ਕੁੱਲ 1200 ਸਕੋਰ ਤਹਿਤ ਐਕਸਪ੍ਰੈਸ ਐਂਟਰੀ ਵਿੱਚ ਆਪਣਾ ਪ੍ਰੋਫਾਈਲ ਬਣਾ ਸਕਣਗੇ। ਨਵੇਂ ਸਿਸਟਮ ਵਿੱਚ ਟਰੱਕ ਤੇ ਬੱਸ ਡਰਾਈਵਰਾਂ ਨੂੰ ਵੀ ਪੱਕੇ ਹੋਣ ਦਾ ਮੌਕਾ ਮਿਲ ਸਕੇਗਾ। ਇਸ ਦੇ ਨਾਲ ਹੀ ਦੰਦਾਂ ਦੇ ਡਾਕਟਰਾਂ, ਨਰਸਾਂ, ਕੈਮਿਸਟਾਂ ਯਾਨੀ ਕਿ ਫਾਰਮਾਸਿਸਟ ਅਤੇ ਸਕੂਲ ਅਧਿਆਪਕਾਂ ਦੇ ਸਹਾਇਕ ਵੀ ਆਪਣੀ ਕਿਸਮਤ ਅਜ਼ਮਾ ਸਕਣਗੇ। ਇਮੀਗ੍ਰੇਸ਼ਨ ਵਿਭਾਗ ਵੱਲੋਂ ਈ ਵਿੱਚ ਮੌਜੂਦਾ ਪ੍ਰੋਫਾਈਲ ਦੇ ਡਰਾਅ, ਜੋ ਕਿ ਹਰੇਕ ਦੂਸਰੇ ਹਫ਼ਤੇ ਕੱਢ ਕੇ ਉਮੀਦਵਾਰਾਂ ਨੂੰ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਹੁਣ ਤੱਕ ਮਿਲੇ ਹੋਏ ਪ੍ਰੋਫਾਈਲ ਦੇ ਡਰਾਅ ਜੋ ਕੋਵਿਡ-19 ਦੀ ਸਥਿਤੀ ਕਾਰਨ ਬੰਦ ਹਨ, ਅਗਲੇ ਮਹੀਨੇ ਸ਼ੁਰੂ ਕਰ ਦਿੱਤੇ ਜਾਣਗੇ। ਤਾਜ਼ਾ ਜਾਣਕਾਰੀ ਅਨੁਸਾਰ ਹਰੇਕ ਨਵੇਂ ਡਰਾਅ ਵਿੱਚ ਲਗਭਗ 3,000 ਦੇ ਕਰੀਬ ਉਮੀਦਵਾਰਾਂ ਨੂੰ ਅਪਲਾਈ ਕਰਨ ਦਾ ਸੱਦਾ ਮਿਲੇਗਾ। 2023 ਵਿੱਚ ਕੈਨੇਡਾ ਸਰਕਾਰ ਵੱਲੋਂ 4,47,055 ਵਿਦੇਸ਼ੀਆਂ ਨੂੰ ਪੱਕੇ ਕਰਨ ਦਾ ਟੀਚਾ ਮਿਥਿਆ ਗਿਆ। ਉਹ ਟੀਚਾ ਪੂਰਾ ਕਰਨ ਲਈ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ 2022 ਦੇ ਰਹਿੰਦੇ ਸਮੇਂ ਵਿੱਚ
ਐਕਸਪ੍ਰੈਸ ਐਂਟਰੀ ਵਿੱਚੋਂ 3000 ਤੋਂ 4500 ਤੱਕ ਉਮੀਦਵਾਰਾਂ ਦੇ ਡਰਾਅ ਕੱਢਣੇ ਹੋਣਗੇ। ਇਸ ਦੇ ਨਾਲ ਹੀ ਇਹ ਵੀ ਹੈ ਕਿ ਐਕਸਪ੍ਰੈਸ ਐਂਟਰੀ ਰਾਹੀਂ ਸੱਦਾ ਮਿਲਣ ਤੋਂ ਬਾਅਦ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਵਾਲੇ ਅਰਜ਼ੀਕਰਤਾਵਾਂ ਦੀਆਂ ਅਰਜ਼ੀਆਂ ਦਾ ਨਿਪਟਾਰਾ ਕਰਨ ਲਈ ਇਮੀਗ੍ਰੇਸ਼ਨ ਵਿਭਾਗ ਨੇ 6 ਮਹੀਨਿਆਂ ਦਾ ਸਮਾਂ ਨਿਸ਼ਚਿਤ ਕੀਤਾ ਹੋਇਆ ਹੈ, ਜਿਸ ਦਾ ਭਾਵ ਹੈ ਕਿ 2022 ਦੇ ਰਹਿੰਦੇ ਸਮੇਂ ਵਿੱਚ ਅਪਲਾਈ ਕਰਨ ਵਾਲੇ ਲੋਕ ਅਗਲੇ ਸਾਲ ਕੈਨੇਡਾ ਵਿੱਚ ਪੱਕੇ ਤੌਰ ਤੇ ਪੁੱਜ ਸਕਣਗੇ। ਦੂਜੀ ओर ਕੋਰੋਨਾ ਦੀ ਮਾਰ ਤੋਂ ਬਾਅਦ ਕੈਨੇਡਾ ਵਿੱਚ ਵਿਜ਼ਿਟਰ ਵੀਜ਼ੇ, ਸਪਾਊਸ ਵੀਜ਼ੇ ਤੇ ਵਰਕ ਪਰਮਿਟ ਵੀਜ਼ਿਆਂ ਨੂੰ ਕੈਨੇਡਾ ਦੀ ਇਮੀਗ੍ਰੇਸ਼ਨ ਨੇ ਰੋਕ ਰੱਖਿਆ ਹੈ, ਜਿਸ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ ਤੇ ਇਸ ਮੁੱਦੇ ਨੂੰ ਲੈ ਕੇ ਸੰਸਦ 'ਚ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਨੇ ਇਮੀਗ੍ਰੇਸ਼ਨ ਮੰਤਰੀ ਨੂੰ ਘੇਰਿਆ ਹੈ ਤੇ ਉਹਨਾਂ ਤੋਂ ਜਵਾਬ ਵੀ ਮੰਗੇ ਨੇ। ਇਸ ਸੰਬੰਧੀ ਮਿਨਿਸਟਰ ਜਸਰਾਜ ਨੇ ਆਖਿਆ ਕਿ ਸਪਾਊਸ ਵੀਜ਼ੇ ਵਾਲਿਆਂ 'ਚ ਉਹ ਲੋਕ ਉਡੀਕ ਕਰ ਰਹੇ ਨੇ ਜਿਨ੍ਹਾਂ ਦਾ ਮੈਡੀਕਲ ਹੋਏ ਨੂੰ 3 ਮਹੀਨੇ ਹੋ ਗਏ, ਜਦਕਿ ਮੈਡੀਕਲ ਤੋਂ 15 ਤੋਂ 25 ਦਿਨਾਂ ਦਾ ਸਮਾਂ ਤੈਅ ਹੁੰਦਾ ਹੈ। ਇਸ ਤੋਂ ਬਾਅਦ ਕੁਝ ਮੈਂਬਰਾਂ ਨੇ ਕਿਹਾ ਕਿ ਕਾਮਿਆਂ ਦੀ ਘਾਟ ਦਿਨੋ-ਦਿਨ ਵੱਧਦੀ ਜਾ ਰਹੀ ਹੈ ਤੇ ਕਾਰਖਾਨਿਆਂ ਦੇ ਮਾਲਕ ਪਰੇਸ਼ਾਨ ਹੋ ਰਹੇ ਨੇ ਕਿ ਸਾਡੀ ਇਮੀਗ੍ਰੇਸ਼ਨ ਵਰਕ ਪਰਮਿਟ ਰੋਕੀ ਬੈਠੀ ਹੈ। ਇਸ ਨਾਲ ਹੀ ਕੁਝ ਮੈਂਬਰਾਂ ਨੇ ਕਿਹਾ ਕਿ ਪੂਰੇ ਮੁਲਕ ਨੇ ਵਿਜ਼ਿਟਰ ਵੀਜ਼ੇ ਖੋਲ੍ਹ ਦਿੱਤੇ ਹਨ ਤੇ ਕੈਨੇਡਾ ਨੇ ਇਹ ਵੀਜ਼ੇ ਮੱਧਮ ਕਰਕੇ ਉਹਨਾਂ ਲੋਕਾਂ ਦੇ ਨੱਕ 'ਚ ਦਮ ਕਰ ਦਿੱਤਾ ਹੈ ਜਿਨ੍ਹਾਂ ਤੇ ਵਪਾਰ ਵਿਜ਼ਿਟਰ ਵੀਜ਼ਿਆਂ ਤੇ ਕਮਾਈ ਤੇ ਚੱਲਦੇ ਨੇ, ਜਿਨ੍ਹਾਂ 'ਚ ਹੋਟਲ ਤੇ ਹੋਰ ਘੁੰਮਣ ਵਾਲੇ ਅਦਾਰੇ ਵੀ ਸ਼ਾਮਿਲ ਨੇ। ਭਾਵੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਭਰੋਸਾ ਦੇ ਰਹੇ ਨੇ ਕਿ ਉਹ ਇਹਨਾਂ ਵੀਜ਼ਿਆਂ ਨੂੰ ਜਲਦੀ ਰਸਤੇ ਤੇ ਲੈ ਕੇ ਆ ਰਹੇ ਨੇ, ਪਰ ਲੋਕਾਂ ਦਾ ਗੁੱਸੇ ਦਾ ਸਾਹਮਣਾ ਵੀ ਸਰਕਾਰ ਨੂੰ ਕਰਨਾ ਹੀ ਪਵੇਗਾ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਮਹਾਮਾਰੀ ਤੋਂ ਬਾਹਰ ਆਉਣ ਲਈ ਅਸੀਂ ਹੱਥ ਪੱਲਾ ਮਾਰ ਰਹੇ ਹਾਂ ਅਤੇ ਅਜਿਹੇ ਵਿੱਚ ਕੈਨੇਡਾ ਸਰਕਾਰ ਵੱਲੋਂ ਪਰਿਵਾਰਾਂ ਨੂੰ ਮਿਲਾਉਣ ਲਈ ਕੋਸ਼ਿਸ਼ਾਂ ਜਾਰੀ ਰੱਖੀਆਂ ਜਾ ਰਹੀਆਂ ਨੇ। ਸਰਕਾਰ ਅਜਿਹਾ ਇਸ ਲਈ ਵੀ ਕਰ ਰਹੀ ਹੈ ਤਾਂ ਕਿ ਅਸੀਂ ਦੇਸ਼ ਦੀ ਸਫਲਤਾ ਵਿੱਚ ਯੋਗਦਾਨ ਪਾਉਣ ਵਾਲੇ ਇਮੀਗ੍ਰੈਂਟਸ ਨੂੰ ਆਕਰਸ਼ਿਤ ਕਰ ਸਕੀਏ, ਇੱਥੇ ਬਣਾਇਆ ਰੱਖ ਸਕੀਏ ਅਤੇ ਪਰਿਵਾਰਾਂ ਨੂੰ ਇਕਜੁੱਟ ਕਰਕੇ ਰੱਖ ਸਕੀਏ। ਇਸੇ ਦੇ ਚੱਲਦਿਆਂ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਵੱਲੋਂ ਕੈਨੇਡਾ ਦੇ ਸੁਪਰ ਵੀਜ਼ਾ ਪ੍ਰੋਗਰਾਮ ਵਿੱਚ ਵਾਧੇ ਦਾ ਐਲਾਨ ਕੀਤਾ ਗਿਆ। ਇਸ ਤਰ੍ਹਾਂ ਦੇ ਵਾਧੇ ਨਾਲ ਕੈਨੇਡੀਅਨਸ ਨੂੰ ਆਪਣੇ ਮਾਪਿਆਂ ਤੇ ਗ੍ਰੈਂਡ ਪੇਰੈਂਟਸ ਨਾਲ ਕੈਨੇਡਾ ਵਿੱਚ ਮੁੜ ਮਿਲਣਾ ਆਸਾਨ ਹੋਵੇਗਾ। ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਬਾਰੇ ਇੱਕ ਵੱਡਾ ਫੈਸਲਾ ਲੈਂਦਿਆਂ ਮੁਲਕ ਵਿੱਚ ਵਸਦੇ ਪ੍ਰਵਾਸੀਆਂ ਦੇ ਮਾਪਿਆਂ ਅਤੇ ਦਾਦਾ-ਦਾਦੀਆਂ ਨੂੰ ਥੋਕ ਦੇ ਭਾਅ ਵੀਜ਼ੇ ਜਾਰੀ ਕਰਨ ਦੀ ਤਿਆਰੀ ਕਰ ਲਈ ਹੈ। ਜੀ ਹਾਂ, ਹੁਣ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਨੂੰ ਲੋਟਰੀ ਸਿਸਟਮ ਦਾ ਮੁਹਤਾਜ ਨਹੀਂ ਰਹਿਣਾ ਪਵੇਗਾ। ਉਹ ਵਿਦੇਸ਼ੀ ਕੰਪਨੀਆਂ ਤੋਂ ਸਿਹਤ ਬੀਮਾ ਲੈ ਕੇ ਕੈਨੇਡਾ ਆ ਸਕਣਗੇ। ਰੀਯੂਨਾਈਟਿੰਗ ਫੈਮਿਲੀਜ਼ ਐਕਟ ਭਾਵ ਬਿੱਲ C-242 ਸੰਸਦ ਵਿੱਚ ਪਾਸ ਹੋਣ ਮਗਰੋਂ ਮਾਪਿਆਂ ਨੂੰ ਕੈਨੇਡਾ ਸੱਦਣ ਦੇ ਇੱਛੁਕ ਪ੍ਰਵਾਸੀਆਂ ਉੱਪਰ ਪੈਣ ਵਾਲਾ ਵਿੱਤੀ ਬੋਝ ਘਟ ਜਾਵੇਗਾ। ਇਸ ਦੇ ਨਾਲ ਹੀ ਕਾਗਜ਼ੀ ਕਾਰਵਾਈ ਵੀ ਘਟਾ ਦਿੱਤੀ ਜਾਵੇਗੀ। ਪ੍ਰਵਾਸੀਆਂ ਦੇ ਪੇਰੈਂਟਸ ਜਾਂ ਫਿਰ ਗ੍ਰੈਂਡ ਪੇਰੈਂਟਸ ਲਗਾਤਾਰ 5 ਸਾਲ ਕੈਨੇਡਾ ਵਿੱਚ ਰਹਿਣ ਦੇ ਹੱਕਦਾਰ ਹੋਣਗੇ, ਜਦਕਿ ਇਸ ਵੇਲੇ ਸੁਪਰ ਵੀਜ਼ਾ ਤਹਿਤ 2 ਸਾਲ ਦੀ ਸ਼ਰਤ ਲਾਗੂ ਕੀਤੀ ਗਈ ਹੈ। ਇਹ ਸਾਰੀਆਂ ਤਬਦੀਲੀਆਂ 4 ਜੁਲਾਈ 2022 ਤੋਂ ਪ੍ਰਭਾਵਿਤ ਹੋਣਗੀਆਂ। ਨਵਾਂ ਕਾਨੂੰਨ ਆਉਣ ਤੇ ਪ੍ਰਵਾਸੀਆਂ ਦੇ ਮਾਪੇ ਆਪਣੇ ਜੱਦੀ ਮੁਲਕ ਤੋਂ ਸਿਹਤ ਬੀਮਾ ਲੈ ਸਕਣਗੇ, ਜੋ ਕਿ ਕੈਨੇਡਾ ਦੇ ਮੁਕਾਬਲੇ ਬੇहद ਸਸਤਾ ਪੈਂਦਾ ਹੈ। ਕੈਨੇਡਾ ਤੋਂ ਬਾਹਰੋਂ ਮੈਡੀਕਲ ਇੰਸ਼ੋਰੈਂਸ ਦੇਣ ਵਾਲੀਆਂ ਤੈਅ ਕੀਤੀਆਂ ਕੰਪਨੀਆਂ ਬਾਰੇ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ IRCC ਦੀ ਵੈਬਸਾਈਟ ਉੱਤੇ ਦਿੱਤੀ ਜਾਵੇਗੀ। ਇਮੀਗ੍ਰੇਸ਼ਨ ਵਕੀਲਾਂ ਦੇ ਮੁਤਾਬਕ ਇਸ ਵੇਲੇ ਤਕਰੀਬਨ 30 ਕੈਨੇਡੀਅਨ ਬੀਮਾ ਕੰਪਨੀਆਂ ਵਿਜ਼ਿਟਰ ਵਾਸਤੇ ਸਿਹਤ ਬੀਮਾ ਮੁਹੱਈਆ ਕਰਵਾ ਰਹੀਆਂ ਨੇ, ਜਿਸ ਦਾ ਖਰਚਾ ਕਈ ਮਾਮਲਿਆਂ ਵਿੱਚ $5,000 ਸਾਲਾਨਾ ਤੱਕ ਪਹੁੰਚ ਜਾਂਦਾ ਹੈ। ਪਰ ਵਿਦੇਸ਼ੀ ਕੰਪਨੀਆਂ ਦੇ ਦਾਖਲੇ ਮਗਰੋਂ ਮੁਕਾਬਲੇਬਾਜ਼ੀ ਵੱਧ ਜਾਵੇਗੀ। ਇਸ ਦੇ ਨਾਲ ਹੀ ਕੈਨੇਡੀਅਨ ਕੰਪਨੀਆਂ ਦੀਆਂ ਬੀਮਾ ਦਰਾਂ ਵੀ ਘਟ ਸਕਦੀਆਂ ਨੇ। ਦੂਜੇ ਪਾਸੇ ਇਮੀਗ੍ਰੇਸ਼ਨ ਨੀਤੀਆਂ ਦੇ ਵਿਸ਼ਲੇਸ਼ਕਾਂ ਨੇ ਆਖਿਆ ਹੈ ਕਿ ਲਗਾਤਾਰ 5 ਸਾਲ ਤੱਕ ਰਹਿਣ ਦੀ ਇਜਾਜ਼ਤ ਨਵੀਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਰਿਹਾਇਸ਼ ਦੇ ਮਿਆਦ ਖਤਮ ਹੋਣ ਮੌਕੇ ਵੱਡੀ ਗਿਣਤੀ ਵਿੱਚ ਬਜ਼ੁਰਗ ਮਨੁੱਖਤਾ ਦੇ ਆਧਾਰ ਤੇ ਕੈਨੇਡਾ PR ਮੰਗ ਸਕਦੇ ਨੇ। ਫੈਡਰਲ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿ 5 ਸਾਲ ਬਾਅਦ ਕੋਈ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਵੱਖ ਹੋਣਾ ਨਹੀਂ ਚਾਹਣਗੇ ਅਤੇ ਜ਼ਬਰਦਸਤੀ ਅਜਿਹਾ ਕਰਨਾ ਕਿਸੇ ਜ਼ੁਲਮ ਤੋਂ ਘੱਟ ਨਹੀਂ ਹੋਵੇਗਾ। ਦੱਸਣਯੋਗ ਹੈ ਕਿ ਇਸ ਵੇਲੇ 1 ਲੱਖ ਤੋਂ ਵੱਧ ਕੈਨੇਡੀਅਨ ਆਪਣੇ ਮਾਪਿਆਂ ਜਾਂ ਦਾਦਾ-ਦਾਦੀਆਂ ਅਤੇ ਨਾਨਾ-ਨਾਨੀਆਂ ਨੂੰ ਸਪਾਂਸਰ ਕਰਨ ਦੀ ਇੱਛਾ ਜ਼ਾਹਰ ਕਰ ਚੁੱਕੇ ਨੇ, ਜਦਕਿ ਲੋਟਰੀ ਰਾਹੀਂ ਸਿਰਫ 20,000 ਸਾਲਾਨਾ ਦੀ ਹੋਂਦ ਤੈਅ ਕੀਤੀ ਗਈ ਹੈ। ਸੁਪਰ ਵੀਜ਼ਾ ਤੇ ਆਉਣ ਵਾਲੇ ਮਾਪਿਆਂ ਲਈ ਕੈਨੇਡਾ ਰਹਿਣ ਦੀ ਸੀਮਾ ਹੱਦ 2 ਸਾਲ ਤੈਅ ਕੀਤੀ ਗਈ ਹੈ, ਪਰ ਇਸ ਬਾਰੇ ਫੈਸਲਾ ਬਾਰਡਰ ਅਫਸਰਾਂ ਦੀ ਮਰਜ਼ੀ ਤੇ ਵੀ ਨਿਰਭਰ ਕਰਦਾ ਹੈ। ਕਈ ਵਾਰ ਸਿਰਫ 12 ਮਹੀਨੇ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤੇ ਮਾਪਿਆਂ ਨੂੰ $100 ਫੀਸ ਭਰ ਕੇ ਮਿਆਦ ਵਧਾਉਣੀ ਪੈਂਦੀ ਹੈ ਜਾਂ ਫਿਰ ਭਾਰਤ ਵਾਪਸ ਜਾ ਕੇ ਮੁੜ ਕੈਨੇਡਾ ਵਾਪਸ ਆਉਣਾ ਪੈਂਦਾ ਹੈ।
ਇਮੀਗ੍ਰੇਸ਼ਨ ਵਿਭਾਗ ਦੇ ਡਾਇਰੈਕਟਰ ਜਨਰਲ ਨੇ ਆਖਿਆ ਹੈ ਕਿ ਮੌਜੂਦਾ ਸੁਪਰ ਵੀਜ਼ਾ ਅਧੀਨ ਕੈਨੇਡਾ ਵਿੱਚ ਰਹਿਣ ਦੀ ਮਿਆਦ ਵਧਾਈ ਜਾ ਸਕਦੀ ਹੈ ਅਤੇ ਵਾਪਸੀ ਕੀਤੇ ਬਗੈਰ 5 ਸਾਲ ਤੱਕ ਰਹਿਣ ਦੀ ਸੰਭਾਵਨਾ ਬਣ ਜਾਂਦੀ ਹੈ। ਇਸ ਦੇ ਦਾਅਵੇ ਦੇ ਉਲਟ ਕੁਝ ਪ੍ਰਵਾਸੀਆਂ ਦਾ ਆਖਣਾ ਹੈ ਕਿ $320 ਪ੍ਰਤੀ ਮਹੀਨਾ ਦਾ ਸਿਹਤ ਬੀਮਾ ਬਹੁਤ ਮਹਿੰਗਾ ਪੈਂਦਾ ਹੈ ਅਤੇ ਆਪਣੇ ਜੱਦੀ ਮੁਲਕ ਤੋਂ ਸਿਹਤ ਬੀਮਾ ਲੈਣਾ ਬੇहद ਸਸਤਾ ਸਾਬਤ ਹੋਵੇਗਾ। ਸੂਤਰਾਂ ਦੇ ਮੁਤਾਬਕ ਇਮੀਗ੍ਰੇਸ਼ਨ ਮਾਮਲਿਆਂ ਬਾਰੇ ਪਾਰਲੀਮਾਨੀ ਕਮੇਟੀ ਆਪਣੇ ਅੰਤਮ ਰਿਪੋਰਟ ਤਿਆਰ ਕਰਨ ਤੋਂ ਪਹਿਲਾਂ ਇਸ ਖੇਤਰ ਨਾਲ ਸੰਬੰਧਿਤ ਹਰ ਵਿਭਾਗ ਦੀ ਰਾਏ ਦਰਜ ਕਰੇਗੀ ਅਤੇ ਕਮੇਟੀ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਹੀ ਤਬਦੀਲੀਆਂ ਕੀਤੀਆਂ ਜਾਣਗੀਆਂ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਕੈਨੇਡਾ, ਜਿਸ ਵਿੱਚ ਪ੍ਰਵਾਸੀਆਂ ਦੀ ਗਿਣਤੀ ਸਭ ਤੋਂ ਵੱਧ ਹੈ ਤੇ ਇਸ ਨੂੰ ਪ੍ਰਵਾਸੀਆਂ ਦਾ ਮੁਲਕ ਵੀ ਆਖਿਆ ਜਾਂਦਾ ਹੈ, ਇਸੇ ਸਭ ਨੂੰ ਧਿਆਨ ਵਿੱਚ ਰੱਖਦਿਆਂ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਦੱਸਿਆ ਕਿ ਕੈਨੇਡਾ ਵੱਲੋਂ 3 ਲੱਖ ਪ੍ਰਵਾਸੀਆਂ ਨੂੰ ਸਿਟੀਜ਼ਨਸ਼ਿਪ ਦੇਣ ਦਾ ਟੀਚਾ ਮਿੱਥਿਆ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ 2022-2023 ਦੌਰਾਨ 3 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਸਿਟੀਜ਼ਨਸ਼ਿਪ ਦਿੱਤੀ ਜਾ ਸਕਦੀ ਹੈ। 23 ਮਈ ਤੋਂ ਸ਼ੁਰੂ ਹੋਏ ਸਿਟੀਜ਼ਨਸ਼ਿਪ ਹਫ਼ਤੇ ਦੀ ਸਮਾਪਤੀ ਮੌਕੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਦੱਸਿਆ ਕਿ 2021-2022 ਦੌਰਾਨ 2,17,000 ਪ੍ਰਵਾਸੀਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦਿੱਤੀ ਗਈ ਸੀ ਅਤੇ ਮੌਜੂਦਾ ਵਰ੍ਹੇ ਦੌਰਾਨ ਇਹ ਅੰਕੜਾ ਹੋਰ ਵਧਾਇਆ ਜਾ ਰਿਹਾ ਹੈ। ਸ਼ੌਨ ਫਰੇਜ਼ਰ ਨੇ ਦੱਸਿਆ ਕਿ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਿਟੀਜ਼ਨਸ਼ਿਪ ਅਰਜ਼ੀਆਂ ਦੀ ਪ੍ਰੋਸੈਸਿੰਗ ਤੇਜ਼ ਕਰਨ ਵਾਸਤੇ ਕਈ ਕਦਮ ਉਠਾਏ ਗਏ ਨੇ ਅਤੇ ਇਸ ਦੇ ਨਤੀਜੇ ਆਉਣ ਵਾਲੇ ਸਮੇਂ ਦੌਰਾਨ ਦੇਖੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਬਾਵਜੂਦ 2021-2022 ਦੌਰਾਨ ਇਮੀਗ੍ਰੇਸ਼ਨ ਵਿਭਾਗ ਨੇ ਤੈਅ ਟੀਚੇ ਤੋਂ ਵੱਧ ਪ੍ਰਵਾਸੀਆਂ ਨੂੰ ਨਾਗਰਿਕਤਾ ਪ੍ਰਦਾਨ ਕੀਤੀ। ਇਸ ਦੇ ਨਾਲ ਹੀ 2,17,000 ਦੇ ਅੰਕੜੇ ਨਾਲ ਨਵਾਂ ਨੀਂਹ ਪੱਥਰ ਸਥਾਪਿਤ ਕੀਤਾ ਗਿਆ। ਇਮੀਗ੍ਰੇਸ਼ਨ ਵਿਭਾਗ ਵੱਲੋਂ ਔਸਤਨ 3,000 ਪ੍ਰਵਾਸੀਆਂ ਨੂੰ ਹਰ ਹਫ਼ਤੇ ਸਿਟੀਜ਼ਨਸ਼ਿਪ ਸਮਾਗਮਾਂ ਵਿੱਚ ਸੱਦਿਆ ਜਾ ਰਿਹਾ ਹੈ। 1 ਅਪ੍ਰੈਲ 2020 ਤੋਂ ਲੈ ਕੇ 30 ਅਪ੍ਰੈਲ 2022 ਦਰਮਿਆਨ 3 ਲੱਖ ਤੋਂ ਵੱਧ ਪ੍ਰਵਾਸੀਆਂ ਨੇ 14,000 ਵੱਖ-ਵੱਖ ਸਮਾਗਮਾਂ ਵਿੱਚ ਕੈਨੇਡੀਅਨ ਨਾਗਰਿਕਤਾ ਦੀ ਸਹੁੰ ਚੱਕੀ ਹੈ। ਦੱਸਣਯੋਗ ਹੈ ਕਿ ਕੈਨੇਡਾ ਸਰਕਾਰ ਵੱਲੋਂ 2021 ਵਿੱਚ ਸਿਟੀਜ਼ਨਸ਼ਿਪ ਐਪਲੀਕੇਸ਼ਨ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਵਿੱਚ ਪ੍ਰਵਾਸੀਆਂ ਨੂੰ ਆਪਣੀ ਅਰਜ਼ੀ ਦੇ ਸਟੇਟਸ ਬਾਰੇ ਪਤਾ ਲੱਗਦਾ ਰਹਿੰਦਾ ਹੈ। ਇਸ ਦੇ ਨਾਲ ਹੀ ਇਮੀਗ੍ਰੇਸ਼ਨ ਮੰਤਰਾਲੇ ਨੂੰ ਵੀ ਢੁਕਵੇਂ ਕਦਮ ਉਠਾਉਣ ਵਿੱਚ ਮਦਦ ਮਿਲਦੀ ਹੈ। ਦੁਨੀਆ ਦੇ ਕਿਸੇ ਵੀ ਮੁਲਕ ਦੇ ਮੁਕਾਬਲੇ ਕੈਨੇਡਾ ਵਿੱਚ ਪ੍ਰਵਾਸੀਆਂ ਦੀ ਗਿਣਤੀ ਸਭ ਤੋਂ ਵੱਧ ਹੈ ਅਤੇ ਇਸ ਨੂੰ ਪ੍ਰਵਾਸੀਆਂ ਦਾ ਮੁਲਕ ਵੀ ਕਿਹਾ ਜਾਂਦਾ ਹੈ। ਕੈਨੇਡਾ ਸਰਕਾਰ ਦੇ ਅਨੁਸਾਰ ਇੱਕ ਕੈਨੇਡੀਅਨ ਨਾਗਰਿਕ ਬਣਨ ਲਈ ਇੱਕ ਵਿਅਕਤੀ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ। ਪਿਛਲੇ 5 ਸਾਲਾਂ ਵਿੱਚੋਂ 3 ਸਾਲਾਂ ਤੋਂ ਕੈਨੇਡਾ ਵਿੱਚ ਰਿਹਾ ਹੋਵੇ, ਉਸ ਦੇ ਸਾਰੇ ਟੈਕਸ ਭਰਿਆ ਹੋਣਾ ਚਾਹੀਦਾ ਹੈ। ਕੈਨੇਡਾ ਦੇ ਆਪਣੇ ਅਧਿਕਾਰਾਂ, ਜ਼ਿੰਮੇਵਾਰੀਆਂ ਅਤੇ ਗਿਆਨ ਬਾਰੇ ਇੱਕ ਟੈਸਟ ਪਾਸ ਕੀਤਾ ਹੋਣਾ ਚਾਹੀਦਾ ਹੈ। ਉਸ ਕੋਲ ਲੈਂਗੁਏਜ ਸਕਿੱਲਸ ਦਾ ਪ੍ਰੂਫ ਹੋਣਾ ਚਾਹੀਦਾ ਹੈ। ਦੂਜੇ ਪਾਸੇ ਇਮੀਗ੍ਰੇਸ਼ਨ ਵਿਭਾਗ ਕੋਲ ਵਿਚਾਰ ਅਧੀਨ ਸਿਟੀਜ਼ਨਸ਼ਿਪ ਅਰਜ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੀ ਗਿਣਤੀ 4 ਲੱਖ ਤੋਂ ਉੱਪਰ ਬਣਦੀ ਹੈ। ਦੂਜੀ ओर PR ਨਾਲ ਸੰਬੰਧਿਤ 5,30,000 ਅਰਜ਼ੀਆਂ ਵਿਚਾਰ ਅਧੀਨ ਨੇ। ਇਮੀਗ੍ਰੇਸ਼ਨ ਖੇਤਰ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਸਿਟੀਜ਼ਨਸ਼ਿਪ ਅਰਜ਼ੀਆਂ ਅਤੇ PR ਅਰਜ਼ੀਆਂ ਦੀ ਪ੍ਰੋਸੈਸਿੰਗ ਤੇਜ਼ ਕਰਦਿਆਂ ਫੈਡਰਲ ਸਰਕਾਰ ਬੈਕਲੌਗ ਨੂੰ ਘਟਾਉਣ ਦੇ ਉਪਰਾਲੇ ਕਰ ਰਹੀ ਹੈ। ਸੰਭਵ ਤੌਰ ਤੇ ਇਸ ਕਾਰਨ 2022-2023 ਦੌਰਾਨ 3 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੇਣ ਬਾਰੇ ਜ਼ਿਕਰ ਕੀਤਾ ਜਾ ਰਿਹਾ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਕੈਨੇਡਾ ਵਿੱਚ ਕਾਮਿਆਂ ਦੀ ਉਡੀਕ ਕਰ ਰਹੇ ਨੌਕਰੀਆਂ ਦੀ ਗਿਣਤੀ 10 ਲੱਖ ਤੋਂ ਟੱਪ ਗਈ ਹੈ। ਸਟੈਟਿਕਸ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਹੋਟਲ, ਰੈਸਟੋਰੈਂਟ ਅਤੇ ਰਿਟੇਲ ਸਟੋਰ ਮਾਲਕ ਕਾਮਿਆਂ ਦੀ ਕਿੱਲਤ ਕਾਰਨ ਸਭ ਤੋਂ ਵੱਧ ਪਰੇਸ਼ਾਨ ਨੇ, ਜਦਕਿ ਹੈਲਥ ਕੇਅਰ, ਸਮਾਜਿਕ ਸਹਾਇਤਾ ਅਤੇ ਕੰਸਟਰਕਸ਼ਨ ਖੇਤਰ ਵਿੱਚ ਰਿਕਾਰਡ ਨੌਕਰੀਆਂ ਦੇ ਬਾਵਜੂਦ ਵਰਕਰਜ਼ ਲੱਭੇ ਜਾ ਰਹੇ ਨੇ। ਕੋਰੋਨਾ ਦੀ ਮੰਦੀ ਤੋਂ ਬਾਅਦ ਕੈਨੇਡਾ ਵਾਸੀਆਂ ਲਈ ਅਤੇ ਪ੍ਰਵਾਸੀਆਂ ਲਈ ਇੱਕ ਬਹੁਤ ਹੀ ਵਧੀਆ ਖਬਰ ਸਾਹਮਣੇ ਆ ਰਹੀ ਹੈ। ਸਟੈਟਿਕਸ ਕੈਨੇਡਾ ਦੇ ਨਵੇਂ ਸਾਹਮਣੇ ਆਏ ਅੰਕੜੇ ਦੱਸਦੇ ਨੇ ਕਿ ਕੈਨੇਡਾ ਭਰ ਵਿੱਚ ਰਿਕਾਰਡ 1 ਮਿਲੀਅਨ ਤੋਂ ਵੀ ਵਧੇਰੇ ਨਵੀਆਂ ਨੌਕਰੀਆਂ ਪੈਦਾ ਹੋਈਆਂ ਨੇ। ਸਭ ਤੋਂ ਜ਼ਿਆਦਾ ਨੌਕਰੀਆਂ ਫੂਡ ਐਂਡ ਅਕੋਮੋਡੇਸ਼ਨ ਖੇਤਰ ਤੇ ਹੈਲਥ ਕੇਅਰ ਦੇ ਖੇਤਰ ਵਿੱਚ ਪੈਦਾ ਹੋਈਆਂ ਨੇ। ਸਟੈਟਿਕਸ ਕੈਨੇਡਾ ਦੀ ਜੌਬ ਵੈਕੈਂਸੀਜ਼, ਤਨਖਾਹਾਂ ਅਤੇ ਕਮਾਈਆਂ ਬਾਰੇ ਤਾਜ਼ਾ ਰਿਪੋਰਟ ਦੇ ਅਨੁਸਾਰ ਕੈਨੇਡੀਅਨ EMPLOYERS ਮਾਰਚ 2022 ਦੀ ਸ਼ੁਰੂਆਤ ਵਿੱਚ 1 ਮਿਲੀਅਨ ਭਾਵ 10 ਲੱਖ ਤੋਂ ਵੱਧ ਖਾਲੀ ਅਸਾਮੀਆਂ ਨੂੰ ਭਰਨ ਲਈ ਸਰਗਰਮੀ ਨਾਲ ਕੋਸ਼ਿਸ਼ਾਂ ਕਰ ਰਹੇ ਨੇ।
ਕੈਨੇਡਾ ਵਿੱਚ ਨੌਕਰੀਆਂ ਦੀਆਂ ਅਸਾਮੀਆਂ ਦੀ ਗਿਣਤੀ ਮਾਰਚ ਵਿੱਚ 1,12,900 ਦੇ ਰਿਕਾਰਡ ਉੱਚੇ ਪੱਧਰ ਤੇ ਪਹੁੰਚ ਗਈ ਹੈ, ਜੋ ਕਿ ਸਤੰਬਰ 2021 ਵਿੱਚ 9,88,300 ਦੇ ਪਿਛਲੇ ਰਿਕਾਰਡ ਨਾਲੋਂ ਵੀ ਵੱਧ ਹੈ। ਫਰਵਰੀ ਅਤੇ ਮਾਰਚ ਦਰਮਿਆਨ 1,46,400 ਅਸਾਮੀਆਂ ਵਿੱਚ ਵਾਧਾ ਹੋਇਆ ਹੈ। ਨੌਕਰੀ ਦੀ ਖਾਲੀ ਅਸਾਮੀਆਂ ਦੀ ਦਰ, ਜੋ ਕਿ ਖਾਲੀ ਅਤੇ ਭਰੀਆਂ ਗਈਆਂ ਅਸਾਮੀਆਂ ਦੇ ਪ੍ਰਪੋਰਸ਼ਨ ਦੇ ਤੌਰ ਤੇ ਖਾਲੀ ਅਸਾਮੀਆਂ ਦੀ ਗਿਣਤੀ ਨੂੰ ਮਾਪਦੀ ਹੈ, ਪਿਛਲੇ ਸਤੰਬਰ ਦੇ ਰਿਕਾਰਡ ਵਿੱਚ ਉੱਚ 5.9% ਨਾਲ ਮੇਲ ਖਾਂਦੀ ਹੈ। ਫੂਡ ਐਂਡ ਅਕੋਮੋਡੇਸ਼ਨ ਖੇਤਰ ਦੋਵਾਂ ਵਿੱਚ ਖਾਲੀ ਅਸਾਮੀਆਂ ਵਿੱਚ 1/3 ਤੋਂ ਵੱਧ ਦਾ ਵਾਧਾ ਹੋਇਆ ਹੈ। ਫੂਡ ਐਂਡ ਅਕੋਮੋਡੇਸ਼ਨ ਖੇਤਰ ਦੇ ਮਾਲਕ ਲਗਭਗ 1,58,100 ਅਸਾਮੀਆਂ ਨੂੰ ਭਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਪਰਚੂਨ ਮਾਲਕਾਂ ਕੋਲ ਲਗਭਗ 1,09,200 ਅਸਾਮੀਆਂ ਨੇ। ਸਿਹਤ ਸੰਭਾਲ ਅਤੇ ਸਮਾਜਿਕ ਸਹਾਇਤਾ ਦੇ ਨਾਲ-ਨਾਲ ਕੰਸਟਰਕਸ਼ਨ ਵਿੱਚ ਨੌਕਰੀਆਂ ਦੇ ਰਿਕਾਰਡ ਪੱਧਰ ਸਨ। ਹੈਲਥ ਕੇਅਰ ਅਤੇ ਸੋਸ਼ਲ ਅਸਿਸਟੈਂਟ EMPLOYERS 1,54,500 ਖਾਲੀ ਅਸਾਮੀਆਂ ਨੂੰ ਭਰਨ ਦੀ ਮੰਗ ਕਰ ਰਹੇ ਸਨ। ਇਸ ਦੇ ਨਾਲ ਹੀ ਕੰਸਟਰਕਸ਼ਨ ਮਾਲਕ ਇੱਕ ਬੇਮਿਸਾਲ 81,900 ਕਰਮਚਾਰੀਆਂ ਦੀ ਭਾਲ ਕਰ ਰਹੇ ਨੇ। ਕੈਨੇਡਾ ਦੇ ਸਾਰੇ ਸੂਬਿਆਂ ਵਿੱਚ ਨੌਕਰੀਆਂ ਦੀਆਂ ਅਸਾਮੀਆਂ ਵਧੀਆਂ ਨੇ। ਸਕੈਚੂਅਨ, ਨੋਵਾ ਸਕੋਸ਼ੀਆ ਅਤੇ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਵਿੱਚ ਮਹੀਨੇ ਦਰ ਮਹੀਨੇ ਦਾ ਸਭ ਤੋਂ ਵੱਡਾ ਵਾਧਾ ਦੇਖਿਆ ਜਾ ਸਕਦਾ ਹੈ। ਨੋਵਾ ਸਕੋਸ਼ੀਆ, ਮੈਨੀਟੋਬਾ, ਸਕੈਚੂਅਨ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਨੌਕਰੀਆਂ ਦੀਆਂ ਅਸਾਮੀਆਂ ਦੀ ਗਿਣਤੀ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਈ ਹੈ। ਸਟੈਟਿਕਸ ਕੈਨੇਡਾ ਵੱਲੋਂ 24 ਜੂਨ ਨੂੰ ਅਪ੍ਰੈਲ 2022 ਦੀ ਜੌਬ ਵੈਕੈਂਸੀਜ਼ ਦੇ ਅੰਕੜੇ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। 2022 ਦੀ ਪਹਿਲੀ ਤਿਮਾਹੀ ਤੋਂ ਜੌਬ ਵੈਕੈਂਸੀ ਅਤੇ ਵੇਜ ਸਰਵੇ ਦੇ ਨਤੀਜੇ 21 ਜੂਨ ਨੂੰ ਜਾਰੀ ਕੀਤੇ ਜਾਣਗੇ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਕੈਨੇਡਾ ਦੇ ਫ੍ਰੈਂਚ ਬਹੁਗਿਣਤੀ ਵਾਲੇ ਪ੍ਰੋਵਿੰਸ ਕਿਊਬਿਕ ਵਿੱਚ ਹੁਣ ਨਵੇਂ ਆਉਣ ਵਾਲੇ ਪ੍ਰਵਾਸੀਆਂ ਜਾਂ ਹੋਰ ਸ਼ਰਨਾਰਥੀਆਂ ਨੂੰ ਕਿਊਬਿਕ ਆਉਣ ਤੇ 6 ਮਹੀਨੇ ਦੇ ਅੰਦਰ ਫ੍ਰੈਂਚ ਭਾਸ਼ਾ ਸਿੱਖਣੀ ਪਵੇਗੀ, ਕਿਉਂਕਿ ਪ੍ਰੋਵਿੰਸ ਵਿੱਚ ਬਿੱਲ 96 ਦੇ ਕਾਨੂੰਨੀ ਮੋਹਰ ਲੱਗ ਚੁੱਕੀ ਹੈ। ਕੈਨੇਡਾ ਦੇ ਕਿਊਬਿਕ ਪ੍ਰੋਵਿੰਸ ਵਿੱਚ ਬਿੱਲ 96 ਤੇ ਕਾਨੂੰਨੀ ਮੋਹਰ ਲੱਗ ਚੁੱਕੀ ਹੈ, ਜਿਸ ਤੋਂ ਬਾਅਦ ਹੋਰਨਾਂ ਦੇਸ਼ਾਂ ਤੋਂ ਕਿਊਬਿਕ ਵਿੱਚ ਆਏ ਕੁਝ ਇਮੀਗ੍ਰੈਂਟ ਨਿਰਾਸ਼ ਅਤੇ ਪਰੇਸ਼ਾਨ ਨਜ਼ਰ ਆ ਰਹੇ ਨੇ। ਡਿਬੇਟ, ਸੋਧਾਂ ਅਤੇ ਵੋਟਿੰਗ ਦੀ ਪ੍ਰਕਿਰਿਆ ਵਿੱਚੋਂ ਲੰਘਦਾ ਹੋਇਆ ਇਹ ਬਿੱਲ 1 ਜੂਨ ਨੂੰ ਕਾਨੂੰਨ ਬਣ ਗਿਆ, ਪਰ ਪ੍ਰੋਵਿੰਸ ਵਿੱਚ ਇਸ ਬਿੱਲ ਦੇ ਵਿਰੋਧ 'ਚ ਲਗਾਤਾਰ ਮੁਜ਼ਾਹਰੇ ਹੋ ਰਹੇ ਨੇ। ਇਹ ਕਾਨੂੰਨ ਫ੍ਰੈਂਚ ਭਾਸ਼ਾ ਨੂੰ ਪ੍ਰਫੁੱਲਤ ਕਰਦਾ ਹੈ, ਜਿਸ ਤੋਂ ਭਾਵ ਹੈ ਕਿ ਪ੍ਰੋਵਿੰਸ ਵਿੱਚ ਹੁਣ ਦਫ਼ਤਰੀ ਪੱਤਰ ਵਿਹਾਰ ਅੰਗਰੇਜ਼ੀ ਅਤੇ ਫ੍ਰੈਂਚ ਵਿੱਚ ਹੋਣ ਦੀ ਬਜਾਏ ਸਿਰਫ ਫ੍ਰੈਂਚ ਭਾਸ਼ਾ ਵਿੱਚ ਹੋਵੇਗਾ। ਇਸ ਕਾਨੂੰਨ ਤਹਿਤ ਹੁਣ ਕਿਊਬਿਕ ਵਾਸੀਆਂ ਨੂੰ ਪ੍ਰੋਵਿੰਸ ਵਿੱਚ ਸਿੱਖਿਆ ਅਤੇ ਮਿਊਨਿਸਪਲ ਆਦਿ ਸੇਵਾਵਾਂ ਦਾ ਲਾਭ ਲੈਣ ਲਈ ਫ੍ਰੈਂਚ ਭਾਸ਼ਾ ਦਾ ਪ੍ਰਯੋਗ ਕਰਨਾ ਲਾਜ਼ਮੀ ਹੋਵੇਗਾ। ਸਿਹਤ ਅਤੇ ਕਾਨੂੰਨੀ ਸੇਵਾਵਾਂ ਨੂੰ ਹਾਲ ਹੀ ਘੜੀ ਵਿੱਚ ਛੋਟ ਦਿੱਤੀ ਗਈ ਹੈ। ਨਵੇਂ ਆਏ ਇਮੀਗ੍ਰੈਂਟਸ ਨੂੰ 6 ਮਹੀਨੇ ਅੰਦਰ ਫ੍ਰੈਂਚ ਭਾਸ਼ਾ ਸਿੱਖਣੀ ਪਵੇਗੀ। ਇਸ ਲਈ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਮੁਫਤ ਕਲਾਸਾਂ ਦਿੱਤੀਆਂ ਜਾਣਗੀਆਂ। ਹਾਲਾਂਕਿ ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਟੈਲੀਫੋਨਿਕ ਜਾਂ ਫਿਰ ਈਮੇਲ ਰਾਹੀਂ ਕਿਸੇ ਸਰਕਾਰੀ ਸੇਵਾ ਦਾ ਲਾਭ ਲੈਣ ਮੌਕੇ ਇਹ ਕਿਵੇਂ ਪਤਾ ਲਗਾਇਆ ਜਾਵੇਗਾ ਕਿ ਉਕਤ ਇਮੀਗ੍ਰੈਂਟ 6 ਮਹੀਨੇ ਤੋਂ ਉੱਪਰ ਸਮੇਂ ਤੋਂ ਕਿਊਬਿਕ ਵਿੱਚ ਰਹਿ ਰਿਹਾ ਹੈ। ਨਵੇਂ ਨਿਯਮਾਂ ਤਹਿਤ ਪ੍ਰੋਵਿੰਸ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਸੂਬੇ ਦੇ ਕੁੱਲ ਵਿਦਿਆਰਥੀਆਂ ਦੇ 17.5% ਤੋਂ ਵਧੇਰੇ ਨਹੀਂ ਹੋ ਸਕਦੀ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੋਵਿੰਸ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਹੁਣ 2024 ਵਿਦਿਅਕ ਵਰ੍ਹੇ ਤੋਂ ਫ੍ਰੈਂਚ ਦੇ 3 ਕੋਰਸ ਪੜ੍ਹਨੇ ਲਾਜ਼ਮੀ ਹੋਣਗੇ। ਇਸ ਨਾਲ ਪ੍ਰੋਵਿੰਸ ਵਿਚਲੇ ਪ੍ਰਾਈਵੇਟ ਕਾਲਜ ਚਿੰਤਤ ਨਜ਼ਰ ਆ ਰਹੇ ਨੇ। ਇਸ ਨਵੇਂ ਕਾਨੂੰਨ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਅਦਾਰਿਆਂ ਦੀਆਂ ਗ੍ਰਾਂਟਾਂ ਵੀ ਰੋਕੀਆਂ ਜਾ ਸਕਦੀਆਂ ਨੇ। ਇੱਕ ਹੋਰ ਇਹ ਕਾਨੂੰਨ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰੇਗਾ, ਕਿਉਂਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਫ੍ਰੈਂਚ ਸਿੱਖਣਾ ਇੱਕ ਚੁਣੌਤੀ ਹੋਵੇਗਾ। ਇਸ ਦੇ ਨਾਲ ਹੀ ਇਹ ਕਾਨੂੰਨ ਵਿਦਿਆਰਥੀਆਂ ਨੂੰ ਕਿਊਬਿਕ ਵਿੱਚ ਆ ਕੇ ਪੜ੍ਹਾਈ ਨਾ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ। ਨਵੇਂ ਨਿਯਮਾਂ ਨਾਲ ਪ੍ਰੋਵਿੰਸ ਵਿੱਚ ਫ੍ਰੈਂਚ ਭਾਸ਼ਾ ਦਾ ਗਿਆਨ ਨਾ ਹੋਣ ਤੇ ਨੌਕਰੀ ਲੱਭਣਾ ਵੀ ਮੁਸ਼ਕਿਲ ਹੋ ਜਾਵੇਗਾ। ਨਵੇਂ ਨਿਯਮਾਂ ਤਹਿਤ ਜਿਸ ਥਾਂ ਤੇ 25 ਤੋਂ ਵਧੇਰੇ ਕਰਮਚਾਰੀ ਤਾਇਨਾਤ ਹੋਣਗੇ, ਉਕਤ ਕੰਪਨੀ ਨੂੰ ਦਫ਼ਤਰ ਵਿੱਚ ਬੋਲਚਾਲ ਦੀ ਭਾਸ਼ਾ ਫ੍ਰੈਂਚ ਹੋਣ ਦਾ ਸਰਟੀਫਿਕੇਟ ਲੈਣਾ ਪਵੇਗਾ। ਇਸ ਤੋਂ ਪਹਿਲਾਂ ਇਹ ਨਿਯਮ 50 ਕਾਮੇ ਹੋਣ ਤੇ ਲਾਗੂ ਹੁੰਦੇ ਸਨ। ਜ਼ਿਕਰਯੋਗ ਹੈ ਕਿ ਭਾਰਤੀ ਮੂਲ ਦੇ ਬਹੁਤ ਸਾਰੇ ਵਿਦਿਆਰਥੀ ਮੌਂਟਰੀਅਲ ਸ਼ਹਿਰ ਪੜ੍ਹਨ ਆਉਂਦੇ ਨੇ ਅਤੇ ਇਹਨਾਂ ਵਿੱਚੋਂ ਬਹੁਤੇ ਵਿਦਿਆਰਥੀ ਗ੍ਰੇਟਰ ਟੋਰਾਂਟੋ ਏਰੀਆ ਯਾਨੀ ਕਿ GTA ਵਿੱਚ ਰਹਿੰਦੇ ਨੇ।
ਇਸ ਦੇ ਨਾਲ ਹੀ ਉਹ 7 ਘੰਟਿਆਂ ਵਿੱਚ 600 ਕਿਲੋਮੀਟਰ ਦਾ ਲੰਮਾ ਰਸਤਾ ਤੈਅ ਕਰਕੇ ਮੌਂਟਰੀਅਲ ਪੜ੍ਹਨ ਜਾਂਦੇ ਨੇ। ਕੁਝ ਇਮੀਗ੍ਰੈਂਟਸ ਸਰਕਾਰ ਦੇ ਇਸ ਨਿਯਮ ਨੂੰ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੀ ਬਜਾਏ ਥੋਪਣਾ ਕਰਾਰ ਦੇ ਰਹੇ ਨੇ। ਇਸ ਦੇ ਨਾਲ ਹੀ ਕਈਆਂ ਦਾ ਮੰਨਣਾ ਹੈ ਕਿ ਸਰਕਾਰ ਦਾ ਇਹ ਕਦਮ ਇਮੀਗ੍ਰੈਂਟਸ ਨੂੰ ਪ੍ਰੋਵਿੰਸ ਵਿੱਚੋਂ ਬਾਹਰ ਜਾਣ ਲਈ ਮਜਬੂਰ ਕਰੇਗਾ। ਕਿਊਬੈਕ ਦੇ ਪ੍ਰੀਮੀਅਰ ਦਾ ਕਹਿਣਾ ਹੈ ਕਿ ਪ੍ਰੋਵਿੰਸ ਵਿੱਚ ਫ੍ਰੈਂਚ ਭਾਸ਼ਾ ਦੀ ਹਰਮਨਪ੍ਰਿਯਤਾ ਘਟ ਰਹੀ ਹੈ। ਉਹਨਾਂ ਦਾ ਆਖਣਾ ਹੈ ਕਿ ਇਸ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਇਸ ਨੂੰ ਸਫਲ ਬਣਾਉਣ ਲਈ ਉਹ ਆਉਂਦੇ ਸਾਲਾਂ ਦੌਰਾਨ ਅੰਕੜਿਆਂ ਤੇ ਨਜ਼ਰ ਰੱਖਣਗੇ। ਕਿਊਬੈਕ ਦੇ ਪ੍ਰੀਮੀਅਰ ਨੇ ਫੈਡਰਲ ਸਰਕਾਰ ਤੋਂ ਇਮੀਗ੍ਰੇਸ਼ਨ ਪਾਲਿਸੀ ਬਣਾਉਣ ਬਾਬਤ ਹੋਰ ਸ਼ਕਤੀਆਂ ਦੀ ਮੰਗ ਵੀ ਕੀਤੀ ਹੈ। We are also proud to be a francophone nation in North America, and it's our duty to protect our common language, and I invite all Quebecers to speak it, to love it, and to protect it. First, I think that working language is very important. And unfortunately, in Montreal, in many small companies, people work in English. So we have to change that to send a strong message. And I think that it's important also that we stop increasing the number of people going to Anglophone colleges. At 17%, I think it's an acceptable and reasonable level. So we're not asking to reduce that to 9%, to the proportion of Anglophone. We accept to stop that at 17%, and I think it's reasonable. ਜਿੱਥੇ ਕੁਝ ਇਮੀਗ੍ਰੈਂਟਸ ਇਹ ਕਹਿ ਰਹੇ ਨੇ ਕਿ ਇਸ ਨਵੇਂ ਕਾਨੂੰਨ ਨਾਲ ਕੁਝ ਲੋਕਾਂ ਨੂੰ ਪ੍ਰੋਵਿੰਸ ਛੱਡਣਾ ਪੈ ਸਕਦਾ ਹੈ, ਉੱਥੇ ਹੀ ਸਰਕਾਰ ਹੁਨਰਮੰਦ ਕਾਮਿਆਂ ਦੀ ਘਾਟ ਨੂੰ ਖਤਮ ਕਰਨ ਦੇ ਇਰਾਦੇ ਨਾਲ ਨਵੇਂ ਪ੍ਰੋਗਰਾਮ ਵੀ ਲਿਆ ਰਹੀ ਹੈ। ਇਸ ਸਮੇਂ ਕਿਊਬੈਕ ਸਰਕਾਰ ਵੱਲੋਂ 2022 ਵਿੱਚ 70,000 ਨਵੇਂ ਇਮੀਗ੍ਰੈਂਟਸ ਨੂੰ ਬੁਲਾਉਣ ਦਾ ਟੀਚਾ ਮਿਥਿਆ ਗਿਆ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਪੰਜਾਬ ਤੋਂ ਸਭ ਤੋਂ ਜ਼ਿਆਦਾ ਵਿਦਿਆਰਥੀ ਕੈਨੇਡਾ 'ਚ ਪੜ੍ਹਾਈ ਲਈ ਅਪਲਾਈ ਕਰਦੇ ਨੇ, ਪਰ ਕੁਝ ਸਮੇਂ ਤੋਂ ਕਈ ਪ੍ਰਾਈਵੇਟ ਕਾਲਜਾਂ ਦੇ ਬੰਦ ਹੋਣ ਨਾਲ ਭਾਰਤੀ ਵਿਦਿਆਰਥੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇसी ਸਭ ਨੂੰ ਦੇਖਦਿਆਂ ਕੈਨੇਡਾ ਆਉਣ ਦੀ ਚਾਹ ਰੱਖਣ ਵਾਲੇ ਲੋਕਾਂ ਨੂੰ ਠੱਗੀਆਂ ਤੋਂ ਬਚਾਉਣ ਲਈ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟ ਨਾਮੀ ਸੰਸਥਾ ਦਾ ਗਠਨ ਕੀਤਾ ਗਿਆ। ਪੰਜਾਬ ਦੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਕਈ ਟਰੈਵਲ ਏਜੰਟਾਂ ਵੱਲੋਂ ਠੱਗੀ ਮਾਰਨ ਦੇ ਮਾਮਲੇ ਤਾਂ ਸਾਹਮਣੇ ਆਉਂਦੇ ਹੀ ਰਹਿੰਦੇ ਨੇ, ਪਰ ਹੁਣ ਕੈਨੇਡਾ 'ਚ ਦਿਵਾਲੀਆ ਹੋਣ ਕਾਰਨ ਕਈ ਪ੍ਰਾਈਵੇਟ ਕਾਲਜ ਬੰਦ ਹੋ ਗਏ ਨੇ। ਇਸ ਕਾਰਨ ਭਾਰਤੀ ਵਿਦਿਆਰਥੀਆਂ ਦੇ ਕਰੋੜਾਂ ਰੁਪਏ ਡੁੱਬਣ ਦੇ ਮਾਮਲੇ ਸਾਹਮਣੇ ਆਉਣ ਲੱਗੇ ਨੇ, ਜਿਸ ਨੂੰ ਲੈ ਕੇ ਪੰਜਾਬ ਦੇ ਕਈ ਟਰੈਵਲ ਕਾਰੋਬਾਰੀਆਂ ਦੇ ਦਫ਼ਤਰਾਂ 'ਚ ਪ੍ਰਾਈਵੇਟ ਕਾਲਜਾਂ 'ਚ ਡੁੱਬੀ ਫੀਸ ਵਾਪਸ ਕਰਨ ਸੰਬੰਧੀ ਹੰਗਾਮੇ ਵੀ ਹੋ ਰਹੇ ਨੇ। ਦੱਸਿਆ ਜਾ ਰਿਹਾ ਹੈ ਕਿ ਕਈ ਹੋਰ ਕਾਲਜਾਂ ਦੇ ਦਿਵਾਲੀਆ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਜੇ ਉਕਤ ਕਾਲਜ ਵੀ ਬੰਦ ਹੋ ਗਏ ਤਾਂ ਭਾਰਤੀ ਵਿਦਿਆਰਥੀਆਂ ਦੇ ਕਰੋੜਾਂ ਰੁਪਏ ਹੋਰ ਡੁੱਬ ਸਕਦੇ ਨੇ। ਦੂਜੇ ਪਾਸੇ ਪਤਾ ਲੱਗਿਆ ਹੈ ਕਿ ਪੰਜਾਬ ਦੇ ਕਈ ਵੱਡੇ ਕਾਰੋਬਾਰੀਆਂ ਨੇ ਭਾਰਤੀ ਵਿਦਿਆਰਥੀਆਂ ਤੋਂ ਕਰੋੜਾਂ ਰੁਪਏ ਕਮਾਉਣ ਦੇ ਚੱਕਰ 'ਚ ਕੈਨੇਡਾ ਵਿੱਚ ਕਰੋੜਾਂ ਰੁਪਏ ਇਨਵੈਸਟ ਕਰਕੇ ਉੱਥੋਂ ਦੇ ਪ੍ਰਾਈਵੇਟ ਕਾਲਜ ਖਰੀਦ ਲਏ ਨੇ। ਆਮ ਤੌਰ ਤੇ ਵੇਖਿਆ ਜਾਵੇ ਤਾਂ ਪੰਜਾਬ ਦੇ ਵਿਦਿਆਰਥੀਆਂ 'ਚ ਕੈਨੇਡਾ ਵਿੱਚ ਪੜ੍ਹਾਈ ਕਰਨ ਦਾ ਰੁਝਾਨ ਸਭ ਤੋਂ ਵੱਧ ਹੈ। ਇਸੇ ਕਾਰਨ ਪੰਜਾਬ ਤੋਂ ਸਭ ਤੋਂ ਵੱਧ ਵਿਦਿਆਰਥੀ ਕੈਨੇਡਾ 'ਚ ਪੜ੍ਹਾਈ ਲਈ ਅਪਲਾਈ ਕਰਦੇ ਨੇ। ਪੰਜਾਬ ਦੇ ਕਈ ਟਰੈਵਲ ਕਾਰੋਬਾਰੀਆਂ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਪੰਜਾਬ ਦੇ ਹੋਰ ਸੂਬਿਆਂ ਵਿੱਚ ਐਜੂਕੇਸ਼ਨ ਸੈਮੀਨਾਰ ਕਰਵਾਏ ਜਾਂਦੇ ਨੇ। ਵਿਦਿਆਰਥੀਆਂ ਨੂੰ ਜਲਦ PR ਹੋਣ ਅਤੇ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨ ਵਰਗੇ ਸੁਨਹਿਰੇ ਸੁਪਨੇ ਵਿਖਾ ਕੇ ਉਹਨਾਂ ਨੂੰ ਪ੍ਰਾਈਵੇਟ ਕਾਲਜਾਂ ਲਈ ਰੈਫਰ ਕੀਤਾ ਜਾਂਦਾ ਹੈ। ਵਿਦਿਆਰਥੀਆਂ ਵੱਲੋਂ ਕੈਨੇਡਾ 'ਚ ਪੜ੍ਹਾਈ ਕਰਨ ਦਾ ਇੱਕ ਕਾਰਨ ਇਹ ਵੀ ਹੈ ਕਿ ਹਰ ਕੋਈ ਵਿਦੇਸ਼ ਵਿੱਚ ਪੜ੍ਹਾਈ ਕਰਨ ਦੇ ਨਾਲ-ਨਾਲ ਉੱਥੇ ਜਾ ਕੇ ਮਿਹਨਤ ਨਾਲ ਕਮਾਈ ਕਰਕੇ ਆਪਣੇ ਮਾਤਾ-ਪਿਤਾ ਦੇ ਸੁਪਨੇ ਪੂਰੇ ਕਰਨਾ ਚਾਹੁੰਦਾ ਹੈ, ਜਿਸ ਕਾਰਨ ਵਿਦਿਆਰਥੀ ਸੈਮੀਨਾਰਾਂ 'ਚ ਵੱਡੀ ਗਿਣਤੀ 'ਚ ਪਹੁੰਚਦੇ ਨੇ। ਵਿਦਿਆਰਥੀਆਂ ਵਿੱਚ ਜਲਦ ਕੈਨੇਡਾ ਪਹੁੰਚਣ ਦਾ ਕਰੇਜ਼ ਹੁੰਦਾ ਹੈ, ਪਰ ਜ਼ਿਆਦਾਤਰ ਵਿਦਿਆਰਥੀ ਕਾਲਜ ਜਾਂ ਯੂਨੀਵਰਸਿਟੀਆਂ ਦੀ ਚੋਣ ਨਹੀਂ ਕਰ ਸਕਦੇ। ਕਈ ਟਰੈਵਲ ਕਾਰੋਬਾਰੀ ਵਿਦਿਆਰਥੀਆਂ ਨੂੰ ਬਿਲਕੁਲ ਸਹੀ ਗਾਈਡ ਕਰਦੇ ਨੇ, ਜਦਕਿ ਕਈ ਉਹਨਾਂ ਨੂੰ ਮਿਸਗਾਈਡ ਕਰਦੇ ਨੇ। ਦੂਜੇ ਪਾਸੇ ਜੇ ਕਿਸੇ ਨੇ ਆਪਣੇ ਕਾਲਜ ਹੀ ਖਰੀਦ ਲਏ ਹੋਣ ਤਾਂ ਉਹ ਕਹੇਗਾ ਕਿ ਬੇਟਾ ਜਲਦੀ ਅਪਲਾਈ ਕਰੋ, ਇਨਟੇਕ ਨਿਕਲਣ ਵਾਲੇ ਨੇ। ਦੂਜੀ ओर ਜੇਕਰ ਕੋਈ ਸਹੀ ਗਾਈਡ ਕਰੇਗਾ ਤਾਂ ਉਹ ਇਹ ਕਹਿੰਦਾ ਹੈ ਕਿ ਜੇ ਪੜ੍ਹਾਈ ਤੋਂ ਦੂਰ ਵਿਦੇਸ਼ ਜਾਣਾ ਹੈ ਤਾਂ ਸਿਰਫ ਪੜ੍ਹਾਈ ਕਰਨ ਹੀ ਜਾਵੋ। ਵਿਦੇਸ਼ਾਂ 'ਚ ਪੜ੍ਹਾਈ ਲਈ ਆਇਲਸ ਦਾ ਟੈਸਟ ਪਾਸ ਕਰਨਾ ਲਾਜ਼ਮੀ ਹੁੰਦਾ ਹੈ। ਇਸੇ ਕਾਰਨ ਆਇਲਸ ਦੀ ਤਿਆਰੀ ਲਈ ਵਿਦਿਆਰਥੀਆਂ ਨੂੰ ਹਜ਼ਾਰਾਂ ਰੁਪਇਆਂ ਦੀ ਫੀਸ ਵੀ ਦੇਣੀ ਪੈਂਦੀ ਹੈ। ਆਇਲਸ ਦੀ ਤਿਆਰੀ ਲਈ ਹੁਣ ਕੁਝ ਟਰੈਵਲ ਕਾਰੋਬਾਰੀਆਂ ਨੇ ਨਵੇਂ ਆਇਲਸ ਸੈਂਟਰ ਖੋਲ੍ਹ ਕੇ ਵਿਦਿਆਰਥੀਆਂ ਕੋਲੋਂ ਸਿਰਫ 500 ਤੋਂ 2000 ਰੁਪਏ ਫੀਸ ਲੈਣੀ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਉਹ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਝਾਂਸੇ ਵਿੱਚ ਲੈ ਕੇ ਉਹਨਾਂ ਨੂੰ ਵਿਦੇਸ਼ ਤੇ ਪ੍ਰਾਈਵੇਟ ਕਾਲਜਾਂ 'ਚ ਭੇਜ ਕੇ ਉਹਨਾਂ ਨੂੰ ਹਰੇਕ ਵਿਦਿਆਰਥੀ ਕੋਲੋਂ ਲੱਖਾਂ ਰੁਪਏ ਦੀ ਕਮਾਈ ਹੋ ਸਕੇ।
ਇਸ ਦੇ ਨਾਲ ਹੀ ਪੰਜਾਬ ਦੇ ਕਈ ਵੱਡੇ ਕਾਰੋਬਾਰੀ ਪਹਿਲਾਂ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਉੱਥੋਂ ਦੀਆਂ ਯੂਨੀਵਰਸਿਟੀਆਂ ਦੇ ਪ੍ਰਾਈਵੇਟ ਕਾਲਜਾਂ ਤੋਂ ਮੋਟੀ ਕਮਿਸ਼ਨ ਲੈਂਦੇ ਸਨ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਕਾਲਜ ਜਾਂ ਚੰਗੀ ਯੂਨੀਵਰਸਿਟੀਆਂ ਤੋਂ ਇਹਨਾਂ ਨੂੰ ਸਿਰਫ 15 ਤੋਂ 20% ਤੱਕ ਕਮਿਸ਼ਨ ਮਿਲਦੀ ਸੀ, ਜਦੋਂ ਕਿ ਹੋਰ ਪ੍ਰਾਈਵੇਟ ਕਾਲਜਾਂ ਤੋਂ ਇਹਨਾਂ ਨੂੰ 25 ਤੋਂ 40% ਤੱਕ ਕਮਿਸ਼ਨ ਮਿਲਦੀ ਸੀ। ਪੰਜਾਬ ਦੇ ਕਈ ਵੱਡੇ ਕਾਰੋਬਾਰੀ ਇੱਕ ਸਮੈਸਟਰ ਵਿੱਚ 400 ਤੋਂ 500 ਵਿਦਿਆਰਥੀਆਂ ਨੂੰ ਵਿਦੇਸ਼ ਭੇਜ ਕੇ ਮੋਟੀ ਕਮਿਸ਼ਨ ਕਮਾਉਂਦੇ ਸਨ। ਇਸੇ ਗੱਲ ਤੇ ਹੁਣ ਕਈ ਵੱਡੇ ਕਾਰੋਬਾਰੀਆਂ ਨੇ ਕੈਨੇਡਾ 'ਚ ਕਰੋੜਾਂ ਰੁਪਏ ਇਨਵੈਸਟ ਕਰਕੇ ਉੱਥੋਂ ਦੇ ਪ੍ਰਾਈਵੇਟ ਕਾਲਜ ਹੀ ਖਰੀਦ ਲਏ ਨੇ, ਜੋ ਕਿ ਮੋਟੀ ਕਮਾਈ ਦਾ ਨਤੀਜਾ ਬਣਦੇ ਨੇ। ਇਹਨਾਂ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਉੱਥੇ ਪੱਕੇ ਤੌਰ ਤੇ ਸੈਟਲ ਹੋਣ, ਸਕਾਲਰਸ਼ਿਪ ਤੇ ਜਲਦੀ ਕੰਮ ਮਿਲਣ ਦਾ ਚਾਂਸਾ ਦੇਣ ਅਤੇ ਟਰੈਵਲ ਕਾਰੋਬਾਰੀਆਂ ਨੂੰ ਮੋਟੀ ਕਮਿਸ਼ਨ ਦਾ ਲਾਲਚ ਦੇ ਕੇ ਕਾਲਜ ਦੀਆਂ ਸੀਟਾਂ ਵੇਚਣ ਦਾ ਗੋਰਖ ਧੰਦਾ ਵੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ। ਇਸੇ ਕਾਰਨ ਹੁਣ ਕਮਿਸ਼ਨ ਦੀ ਖੇਡ ਖਤਮ ਅਤੇ ਸਾਰਾ ਮਾਲ ਹੀ ਆਪਣੇ ਕੋਲ ਉਹਨਾਂ ਨੂੰ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਕੁਝ ਸ਼ਾਤਰ ਕਾਰੋਬਾਰੀਆਂ ਨੇ ਕਾਲਜ ਦੀਆਂ ਸੀਟਾਂ ਵੇਚਣ ਲਈ ਹੁਣ ਪੰਜਾਬ ਤੇ ਹੋਰ ਸੂਬਿਆਂ ਵਿੱਚ ਮਾਰਕੀਟਿੰਗ ਕਰਨ ਲਈ ਏਜੰਟ ਰੱਖਣੇ ਵੀ ਸ਼ੁਰੂ ਕਰ ਦਿੱਤੇ ਨੇ। ਚੰਗੀ ਤਨਖਾਹ, ਆਲੀਸ਼ਾਨ ਯਾਤਰਾ ਤੇ ਰਹਿਣ ਸਹਿਣ ਤੋਂ ਇਲਾਵਾ ਕੰਮ ਦੇ ਮੁਤਾਬਕ ਚੰਗੇ ਇਨਵੈਸਟਮੈਂਟ ਪੈਕੇਜ ਦੇਣੇ ਸ਼ੁਰੂ ਕਰ ਦਿੱਤੇ ਗਏ ਨੇ। ਸੂਤਰਾਂ ਮੁਤਾਬਕ ਕੁਝ ਸਮਾਂ ਪਹਿਲਾਂ ਵੀ ਕੈਨੇਡਾ ਦੇ ਕਿਊਬੈਕ ਅਤੇ ਮੌਂਟਰੀਆਲ 'ਚ ਕਈ ਵਿਵਾਦਗ੍ਰਸਤ ਕਾਲਜਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਮਿਹਨਤ ਤੇ ਕਰੋੜਾਂ ਰੁਪਏ ਫਸੇ ਸਨ। ਅਜੇ ਵੀ ਕਈ ਵਿਦਿਆਰਥੀਆਂ ਦੇ ਉਕਤ ਕਾਲਜਾਂ ਵਿੱਚ ਮਿਹਨਤ ਦੀ ਕਮਾਈ ਦੇ ਪੈਸੇ ਫਸੇ ਹੋਏ ਨੇ। ਫੀਸ ਵਾਪਸ ਮੰਗਣ ਨੂੰ ਲੈ ਕੇ ਕਈ ਵਿਦਿਆਰਥੀਆਂ ਤੇ ਉਹਨਾਂ ਦੇ ਪਰਿਵਾਰ ਵਾਲਿਆਂ ਦੀਆਂ ਕਈ ਟਰੈਵਲ ਕਾਰੋਬਾਰੀਆਂ ਦੇ ਦਫ਼ਤਰਾਂ 'ਚ ਜਾ ਕੇ ਜੁੱਤੀਆਂ ਤੱਕ ਘਸ ਗਈਆਂ ਨੇ। ਫੀਸ ਵਾਪਸ ਮੰਗਣ ਤੇ ਜਵਾਬ ਮਿਲਦਾ ਹੈ ਕਿ ਅਸੀਂ ਕੀ ਕਰ ਸਕਦੇ ਹਾਂ, ਤੁਸੀਂ ਦੱਸੋ। ਕਾਲਜ ਨੂੰ ਸਿਰਫ ਮੇਲ ਹੀ ਪਾ ਸਕਦੇ ਹਾਂ ਅਸੀਂ। ਅਜਿਹੇ ਜਵਾਬ ਸੁਣ ਕੇ ਕਈ ਲੋਕ ਤਾਂ ਵਾਪਸ ਆ ਜਾਂਦੇ ਨੇ, ਪਰ ਕਈਆਂ ਨੇ ਉਕਤ ਟਰੈਵਲ ਕਾਰੋਬਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਪੁਲਿਸ ਵਿਭਾਗ ਨੂੰ ਸ਼ਿਕਾਇਤਾਂ ਦਿੱਤੀਆਂ ਹੋਈਆਂ ਨੇ। ਪੁਲਿਸ ਦੀ ਸਖਤੀ ਨੂੰ ਵੇਖਦੇ ਹੋਏ ਕਈ ਟਰੈਵਲ ਕਾਰੋਬਾਰੀਆਂ ਨੇ ਕਈ ਵਿਦਿਆਰਥੀਆਂ ਨੂੰ ਫੀਸ ਵਾਪਸ ਕਰ ਦਿੱਤੀ ਹੈ, ਪਰ ਅਜੇ ਵੀ ਕਈ ਅਜਿਹੇ ਲੋਕ ਨੇ ਜੋ ਆਪਣੀ ਵਾਪਸ ਫੀਸ ਮੰਗਣ ਦੇ ਚੱਕਰ 'ਚ ਕਈ ਟਰੈਵਲ ਕਾਰੋਬਾਰੀਆਂ ਦੇ ਦਫ਼ਤਰਾਂ ਦੇ ਚੱਕਰ ਲਾ ਰਹੇ ਨੇ। ਪੰਜਾਬ ਦੇ ਕਈ ਵੱਡੇ ਕਾਰੋਬਾਰੀਆਂ ਨੇ ਤਾਂ ਵਿਦੇਸ਼ ਵਿੱਚ ਕਈ ਬੈਂਕਾਂ 'ਚ ਖਾਤੇ ਖੋਲ੍ਹੇ ਹੋਏ ਨੇ। ਪ੍ਰਾਈਵੇਟ ਕਾਲਜਾਂ ਤੋਂ ਆਉਣ ਵਾਲੀ ਮੋਟੀ ਕਮਿਸ਼ਨ ਉਕਤ ਟਰੈਵਲ ਕਾਰੋਬਾਰੀ ਹੁਣ ਵਿਦੇਸ਼ਾਂ ਦੇ ਖਾਤਿਆਂ ਵਿੱਚ ਹੀ ਪਾ ਰਹੇ ਨੇ। ਪਹਿਲਾਂ ਉਕਤ ਕਾਰੋਬਾਰੀ ਭਾਰਤ ਵਿੱਚ ਖੁੱਲ੍ਹੇ ਆਪਣੇ ਬੈਂਕ ਖਾਤਿਆਂ 'ਚ ਕਮਿਸ਼ਨ ਮੰਗਵਾਉਂਦੇ ਨੇ, ਜਿਸ ਕਾਰਨ ਉਹਨਾਂ ਨੂੰ ਵਿਦੇਸ਼ ਤੋਂ ਆਈ ਪੇਮੈਂਟ ਦਾ ਟੈਕਸ ਭੁਗਤਾਨ ਕਰਨਾ ਪੈਂਦਾ ਸੀ। ਦੂਜੇ ਪਾਸੇ ਕਈ ਟਰੈਵਲ ਕਾਰੋਬਾਰੀਆਂ ਨੇ ਵਿਦੇਸ਼ ਦੇ ਬੈਂਕਾਂ ਤੋਂ ਵੀ ਪ੍ਰਾਈਵੇਟ ਕਾਲਜ ਖਰੀਦਣ ਦੇ ਨਾਂ ਤੇ ਲੋਨ ਲਏ ਹੋਏ ਨੇ। ਰੱਬ ਨਾ ਕਰੇ ਜੇ ਉਕਤ ਕਾਲਜਾਂ ਨੇ ਵੀ ਬੈਂਕ ਕਰਪਸੀ ਯਾਨੀ ਕਿ ਦਿਵਾਲਿਆਪਨ ਦੀ ਗਾਜ ਡਿੱਗ ਪਈ ਤਾਂ ਉਸ ਦਾ ਖਾਮਿਆਜ਼ਾ ਕਿਸ ਨੂੰ ਭੁਗਤਣਾ ਪਵੇਗਾ। ਸਾਵਧਾਨੀ ਰੱਖਣ ਲਈ ਇੱਕ ਵਿਦਿਆਰਥੀ ਨੂੰ ਕੈਨੇਡਾ ਲਈ ਅਪਲਾਈ ਕਰਨ ਤੋਂ ਪਹਿਲਾਂ ਯੂਨੀਵਰਸਿਟੀ ਤੇ ਕਾਲਜ ਦੀ ਪ੍ਰੋਫਾਈਲ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ। ਕਿਸੇ ਵੀ ਟਰੈਵਲ ਕਾਰੋਬਾਰੀ ਦੇ ਝਾਂਸੇ ਵਿੱਚ ਨਹੀਂ ਆਉਣਾ ਚਾਹੀਦਾ। ਕੈਨੇਡਾ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸਰਕਾਰੀ ਯੂਨੀਵਰਸਿਟੀ ਤੇ ਸਰਕਾਰੀ ਕਾਲਜ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ। ਜੇਕਰ ਤੁਹਾਡੇ ਨਾਲ ਕਿਸੇ ਨੇ ਠੱਗੀ ਮਾਰੀ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਤੁਰੰਤ ਦਿਓ। ਇਸ ਉੱਤੇ ਠੋਸ ਕਦਮ ਚੱਕਦੇ ਹੋਏ ਕੈਨੇਡਾ ਦੀ ਸਰਕਾਰ ਨੇ ਇਮੀਗ੍ਰੇਸ਼ਨ ਫਰਾਡ ਨੂੰ ਖਤਮ ਕਰਨ ਲਈ ਅਤੇ ਕੈਨੇਡਾ ਆਉਣ ਦੀ ਚਾਹ ਰੱਖਣ ਵਾਲੇ ਲੋਕਾਂ ਨੂੰ ਠੱਗੀਆਂ ਤੋਂ ਬਚਾਉਣ ਲਈ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟ ਨਾਮੀ ਸੰਸਥਾ ਦਾ ਸੰਗਠਨ ਕੀਤਾ ਹੈ। ਅਧਿਕਾਰਤ ਤੌਰ ਤੇ ਇਹ ਸੰਸਥਾ 23 ਨਵੰਬਰ 2021 ਤੋਂ ਸ਼ੁਰੂ ਹੋਈ, ਪਰ ਇਹ ਸੰਸਥਾ ਇਮੀਗ੍ਰੇਸ਼ਨ ਏਜੰਟਾਂ ਦੀ ਨਿਗਰਾਨੀ ਅਤੇ ਅਪਰਾਧਕ ਗਤੀਵਿਧੀਆਂ ਕਰਨ ਵਾਲੇ ਕੰਸਲਟੈਂਟਾਂ ਤੇ ਸ਼ਿਕੰਜਾ ਕੱਸਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਕਾਲਜ ਦੀ ਸਥਾਪਨਾ ਪਾਰਲੀਮੈਂਟ ਦੇ ਇੱਕ ਨਵੇਂ ਐਕਟ ਅਧੀਨ ਕੀਤੀ ਗਈ ਹੈ ਅਤੇ ਇਸ ਨੂੰ ਵਿਸ਼ੇਸ਼ ਸ਼ਕਤੀਆਂ ਵੀ ਦਿੱਤੀਆਂ ਗਈਆਂ ਨੇ, ਜਿਨ੍ਹਾਂ ਰਾਹੀਂ ਕਾਲਜ ਕਿਸੇ ਇਮੀਗ੍ਰੇਸ਼ਨ ਫਰਾਡ ਜਾਂ ਗਲਤ ਕੰਮ ਦੀ ਜਾਂਚ ਕਰ ਸਕਦਾ ਹੈ। ਯਾਨੀ ਇਸ ਸੰਸਥਾ ਕੋਲ ਕਿਸੇ ਕੰਸਲਟੈਂਟ ਦੇ ਦਫ਼ਤਰ ਵਿੱਚ ਦਾਖਲ ਹੋ ਕੇ ਜਾਣਕਾਰੀ ਇਕੱਠੀ ਕਰਨ ਦਾ ਵੀ ਇਖਤਿਆਰ ਹੈ। ਇਸ ਤੋਂ ਇਲਾਵਾ ਇਹ ਸੰਸਥਾ ਬਿਨਾਂ ਲਾਇਸੈਂਸ ਤੋਂ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਦੇਣ ਵਾਲੇ ਏਜੰਟਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਰੋਕਣ ਲਈ ਅਦਾਲਤੀ ਫਰਮਾਨ ਵੀ ਜਾਰੀ ਕਰਵਾ ਸਕਦੀ ਹੈ। ਇਸ ਲਈ ਸਾਵਧਾਨ ਰਹੋ ਅਤੇ ਜੇਕਰ ਤੁਹਾਡੇ ਨਾਲ ਕੋਈ ਫਰਾਡ ਹੋਇਆ ਹੈ ਤਾਂ ਇਸ ਸੰਸਥਾ ਨੂੰ ਜ਼ਰੂਰ ਸੂਚਨਾ ਦਿਓ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਮਹਾਮਾਰੀ ਦੀਆਂ ਬੰਦਿਸ਼ਾਂ ਹਟਣ ਤੋਂ ਬਾਅਦ ਅਮਰੀਕਾ ਵਾਲਿਆਂ ਦੇ ਕੈਨੇਡਾ ਗੇੜੇ 5 ਗੁਣਾ ਜ਼ਿਆਦਾ ਵੱਧ ਗਏ ਨੇ। ਇਸੇ ਦੇ ਨਾਲ ਹੀ ਸਟੈਟਿਕਸ ਕੈਨੇਡਾ ਨੇ ਜਾਰੀ ਕੀਤੇ ਅੰਕੜਿਆਂ ਮੁਤਾਬਕ 2021 ਵਿੱਚ ਭਾਰਤ, ਅਮਰੀਕਾ ਸਣੇ 10 ਮੁਲਕਾਂ ਦੇ ਲੋਕਾਂ ਨੇ ਆਪਣੇ ਜੀਵਨ ਸਾਥੀਆਂ ਨੂੰ ਕੈਨੇਡਾ ਸਪਾਂਸਰ ਕੀਤਾ ਹੈ। ਅੱਜ ਦੇ ਸਮੇਂ ਹਰ ਭਾਰਤੀ, ਖਾਸ ਤੌਰ ਤੇ ਪੰਜਾਬੀ, ਸੁਨਹਿਰੇ ਭਵਿੱਖ ਲਈ ਵਿਦੇਸ਼ਾਂ 'ਚ ਜਾਣਾ ਚਾਹੁੰਦੇ ਨੇ ਤੇ ਸੁਨਹਿਰੇ ਭਵਿੱਖ ਲਈ ਕੈਨੇਡਾ ਭਾਰਤੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ।
ਸਭ ਦਾ ਇੱਕੋ ਇੱਕ ਸੁਪਨਾ ਹੈ ਕਿ ਕਿਸੇ ਤਰ੍ਹਾਂ ਕੈਨੇਡਾ ਜਾ ਕੇ ਵਸਿਆ ਜਾਵੇ। ਮਾਪੇ ਵੀ ਇਹੀ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਹੁਣ ਪੰਜਾਬ 'ਚ ਨਾ ਰਹਿ ਕੇ ਕੈਨੇਡਾ ਜਾਂ ਦੂਜੇ ਦੇਸ਼ਾਂ 'ਚ ਜਾ ਕੇ ਵਸ ਜਾਣ ਤੇ ਵੱਡੀ ਗਿਣਤੀ ਵਿੱਚ ਪੰਜਾਬੀਆਂ ਸਣੇ ਭਾਰਤੀ ਲੋਕਾਂ ਨੂੰ ਕੈਨੇਡਾ 'ਚ ਵਸੇ ਵੀ ਦੇਖਿਆ ਜਾ ਸਕਦਾ ਹੈ, ਜਿਨ੍ਹਾਂ ਵੱਲੋਂ ਆਪਣੇ ਪਤੀ ਜਾਂ ਪਤਨੀ ਨੂੰ ਵੀ ਇੱਥੇ ਬੁਲਾ ਲਿਆ ਜਾਂਦਾ ਹੈ। ਇਸੇ ਤਹਿਤ ਸਾਲ 2021 ਵਿੱਚ ਭਾਰਤ, ਅਮਰੀਕਾ ਸਣੇ 10 ਮੁਲਕਾਂ ਦੇ ਲੋਕਾਂ ਨੇ ਆਪਣੇ ਜੀਵਨ ਸਾਥੀਆਂ ਨੂੰ ਕੈਨੇਡਾ ਸਪਾਂਸਰ ਕੀਤਾ ਹੈ, ਜਿਸ ਵਿੱਚ ਭਾਰਤੀ ਸਭ ਤੋਂ ਮੋਹਰੀ ਰਹੇ ਨੇ। ਇਮੀਗ੍ਰੇਸ਼ਨ, ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਮੁਤਾਬਕ 2021 ਵਿੱਚ ਅਮਰੀਕਾ ਤੇ ਭਾਰਤ ਸਣੇ 10 ਮੁਲਕਾਂ ਦੇ ਲੋਕਾਂ ਨੇ ਆਪਣੇ ਜੀਵਨ ਸਾਥੀ ਨੂੰ ਕੈਨੇਡਾ ਬੁਲਾਉਣ ਲਈ ਸਪਾਊਸ ਵੀਜ਼ਾ ਲਗਵਾਇਆ। ਇਸ ਦੌਰਾਨ 64,000 ਤੋਂ ਵੱਧ ਜੀਵਨ ਸਾਥੀਆਂ, ਪਤੀ ਜਾਂ ਪਤਨੀ ਨੂੰ ਸਪਾਂਸਰ ਕੀਤਾ ਗਿਆ। ਇਸ ਮਾਮਲੇ ਵਿੱਚ ਭਾਰਤੀ ਸਭ ਤੋਂ ਮੋਹਰੀ ਰਹੇ ਨੇ, ਜਿਨ੍ਹਾਂ ਨੇ 10,715 ਸਪਾਊਸ ਵੀਜ਼ੇ ਲਗਵਾਏ, ਜਦਕਿ ਦੂਜੇ ਨੰਬਰ ਤੇ ਅਮਰੀਕਾ ਰਿਹਾ ਹੈ, ਜਿਸ ਚੋਂ ਲਗਭਗ 4,810 ਲੋਕਾਂ ਨੇ ਸਪਾਊਸ ਵੀਜ਼ੇ ਤੇ ਆਪਣੇ ਜੀਵਨ ਸਾਥੀ ਨੂੰ ਕੈਨੇਡਾ ਸੱਦਿਆ ਹੈ। ਤੀਜੇ ਨੰਬਰ ਦੀ ਗੱਲ ਕਰੀਏ ਤਾਂ ਤੀਜੇ ਨੰਬਰ ਤੇ ਫਿਲੀਪੀਨਜ਼ ਮੂਲ ਦੇ ਲੋਕ ਰਹੇ ਨੇ, ਜਿਨ੍ਹਾਂ ਨੇ 4,805 ਲੋਕ ਇਸ ਵੀਜ਼ੇ ਤੇ ਕੈਨੇਡਾ ਪੁੱਜੇ। ਇਸ ਤੋਂ ਇਲਾਵਾ ਚੀਨ ਤੋਂ 4,265, ਪਾਕਿਸਤਾਨ ਤੋਂ 2,740, ਵੀਅਤਨਾਮ ਤੋਂ 1,945, ਯੂਕੇ ਤੋਂ 1,905, ਮੈਕਸੀਕੋ ਤੋਂ 1,575, ਜਮਾਇਕਾ ਤੋਂ 1,345 ਅਤੇ ਫਰਾਂਸ ਤੋਂ 1,125 ਲੋਕਾਂ ਨੇ ਸਪਾਊਸ ਵੀਜ਼ੇ ਤੇ ਕੈਨੇਡਾ ਦੀ ਧਰਤੀ ਤੇ ਪੈਰ ਰੱਖਿਆ। ਦੱਸ ਦੇਈਏ ਕਿ ਕੈਨੇਡੀਅਨ ਨਾਗਰਿਕ ਅਤੇ ਪਰਮਾਨੈਂਟ ਰੈਜ਼ੀਡੈਂਟਸ ਬਣ ਚੁੱਕੇ ਲੋਕ ਆਪਣੇ ਜੀਵਨ ਸਾਥੀ, ਪਤੀ ਜਾਂ ਪਤਨੀ ਕਿਸੇ ਨੂੰ ਵੀ ਕੈਨੇਡਾ ਸਪਾਂਸਰ ਕਰ ਸਕਦੇ ਨੇ। ਸ਼ਰਤ ਬਸ ਇਹੀ ਹੈ ਕਿ ਉਹਨਾਂ ਦਾ ਵਿਆਹ ਹੋਇਆ ਹੋਵੇ ਤੇ ਉਹ ਲਗਭਗ 12 ਮਹੀਨੇ ਇਕੱਠੇ ਰਹੇ ਹੋਣ। ਵਰਚੁਅਲ ਢੰਗ ਨਾਲ ਹੋਏ ਵਿਆਹ ਨੂੰ ਇਮੀਗ੍ਰੇਸ਼ਨ ਤਹਿਤ ਮਾਨਤਾ ਨਹੀਂ ਦਿੱਤੀ ਜਾਂਦੀ। ਇਸ ਤੋਂ ਇਲਾਵਾ ਸਪਾਂਸਰਕਰਤਾ ਅਤੇ ਉਹਨਾਂ ਦੇ ਸਾਥੀਆਂ ਲਈ ਕੁਝ ਬੁਨਿਆਦੀ ਯੋਗਤਾ ਮਾਪਦੰਡ ਰੱਖੇ ਗਏ ਨੇ, ਜਿਹੜੇ ਉਹਨਾਂ ਨੂੰ ਪੂਰੇ ਕਰਨੇ ਜ਼ਰੂਰੀ ਨੇ। ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਉਮਰ ਲਗਭਗ 18 ਸਾਲ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਪਾਂਸਰ ਕਰਨ ਵਾਲਾ ਵਿਅਕਤੀ ਕੈਨੇਡਾ ਦਾ ਨਾਗਰਿਕ ਜਾਂ ਪਰਮਾਨੈਂਟ ਰੈਜ਼ੀਡੈਂਸ ਹੋਣਾ ਚਾਹੀਦਾ ਹੈ, ਜਾਂ ਫਿਰ ਉਸ ਕੋਲ ਉਸ ਦੇਸ਼ ਦਾ ਰੁਤਬਾ ਹੋਣਾ ਚਾਹੀਦਾ ਹੈ ਜਿਸ ਤੇ ਉਹ ਮੂਲ ਤੌਰ ਤੇ ਵਾਸੀ ਹੋਵੇ। ਸਪਾਂਸਰ ਕਰਨ ਵਾਲੇ ਵਿਅਕਤੀ ਨੂੰ ਇਸ ਦੇ ਸਬੂਤ ਦੇਣੇ ਹੋਣਗੇ ਕਿ ਉਹ ਸਮਾਜਿਕ ਸਹਾਇਤਾ ਪ੍ਰਾਪਤ ਨਹੀਂ ਕਰ ਰਿਹਾ ਤੇ ਉਹ ਆਪਣੇ ਪਰਿਵਾਰ ਦਾ ਵਿੱਤੀ ਤੌਰ ਤੇ ਪੂਰਾ ਸਾਥ ਦੇਣ ਦੇ ਯੋਗ ਹੈ। ਕੈਨੇਡੀਅਨ ਨਾਗਰਿਕ ਕੈਨੇਡਾ ਦੇ ਬਾਹਰੋਂ ਆਪਣੇ ਜੀਵਨ ਸਾਥੀ, ਪਤੀ ਜਾਂ ਪਤਨੀ ਨੂੰ ਸਪਾਂਸਰ ਕਰ ਸਕਦੇ ਨੇ, ਪਰ ਜਦੋਂ ਇਮੀਗ੍ਰੇਸ਼ਨ, ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਉਹਨਾਂ ਦੀ ਫਾਈਲ ਤੇ ਫੈਸਲਾ ਲੈ ਲੈਂਦਾ ਹੈ ਤਾਂ ਉਹਨਾਂ ਲਈ ਵਾਪਸ ਆਉਣ ਦਾ ਇਰਾਦਾ ਦਿਖਾਉਣਾ ਲਾਜ਼ਮੀ ਹੈ। ਕੈਨੇਡਾ ਦੇ ਪੱਕੇ ਵਸਨੀਕ ਭਾਵ ਕਿ ਪਰਮਾਨੈਂਟ ਰੈਜ਼ੀਡੈਂਟਸ ਕੈਨੇਡਾ ਤੋਂ ਹੀ ਆਪਣੇ ਜੀਵਨ ਸਾਥੀ, ਪਤੀ ਜਾਂ ਪਤਨੀ ਨੂੰ ਸਪਾਂਸਰ ਕਰ ਸਕਦੇ ਨੇ। ਇਮੀਗ੍ਰੇਸ਼ਨ ਦੇ ਸਾਰੇ ਮਾਪਦੰਡਾਂ ਤੇ ਖਰਾ ਉਤਰਨ ਵਾਲੇ ਲੋਕ ਹੀ ਆਪਣੇ ਜੀਵਨ ਸਾਥੀ ਨੂੰ ਕੈਨੇਡਾ ਸਪਾਂਸਰ ਕਰ ਸਕਦੇ ਨੇ। ਇਮੀਗ੍ਰੇਸ਼ਨ, ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੂੰ ਸਪਾਂਸਰਸ਼ਿਪ ਅਰਜ਼ੀਆਂ ਦੀ ਪ੍ਰਕਿਰਿਆ ਤੇ ਲਗਭਗ 12 ਮਹੀਨੇ ਜਾਂ ਕਈ ਵਾਰ ਇਸ ਤੋਂ ਵੀ ਜ਼ਿਆਦਾ ਸਮਾਂ ਲੱਗ ਸਕਦਾ ਹੈ। ਬਿਨੇਕਾਰ ਉਦੋਂ ਤੱਕ ਅਰਜ਼ੀ ਦੀ ਸਥਿਤੀ ਨੂੰ ਆਨਲਾਈਨ ਟਰੈਕ ਅਤੇ ਅਪਡੇਟ ਕਰ ਸਕਦੇ ਨੇ ਜਦੋਂ ਤੱਕ ਇਮੀਗ੍ਰੇਸ਼ਨ ਵਿਭਾਗ ਉਹਨਾਂ ਦੀ ਅਰਜ਼ੀ ਤੇ ਕੋਈ ਫੈਸਲਾ ਨਹੀਂ ਲੈ ਲੈਂਦਾ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਿੱਖ ਪੁਲਿਸ ਅਫਸਰਾਂ ਦੇ ਹੱਕ ਵਿੱਚ ਅਮਰੀਕਾ ਦੇ ਕਨੈਟਿਕਟ ਸੂਬੇ ਦੇ ਵਿੱਚ ਇੱਕ ਨਵਾਂ ਕਾਨੂੰਨ ਬਣਾਇਆ ਗਿਆ। ਇਸ ਕਾਨੂੰਨ ਦੇ ਨਾਲ ਬਾਕੀ ਅਫਸਰਾਂ ਨੂੰ ਵੀ ਧਾਰਮਿਕ ਚਿੰਨ੍ਹ ਧਾਰਨ ਕਰਨ ਦੀ ਖੁੱਲ੍ਹ ਮਿਲੇਗੀ। ਸਿੱਖਾਂ ਨੂੰ ਸਾਬਤ ਸੂਰਤ ਰੂਪ ਵਿੱਚ ਪੁਲਿਸ ਸੇਵਾ ਨਿਭਾਉਣ ਦੀ ਇਜਾਜ਼ਤ ਦਿੰਦਾ ਕਾਨੂੰਨ ਬਣਾਉਣ ਵਾਲਾ ਕਨੈਟਿਕਟ ਅਮਰੀਕਾ ਦਾ ਪਹਿਲਾ ਸੂਬਾ ਬਣ ਗਿਆ। ਹੁਣ ਤੱਕ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਦਸਤਾਰਧਾਰੀ ਸਿੱਖਾਂ ਨੂੰ ਪੁਲਿਸ ਸੇਵਾ ਵਿੱਚ ਸ਼ਾਮਲ ਤਾਂ ਕੀਤਾ ਜਾਂਦਾ ਹੈ, ਪਰ ਸੂਬਾ ਪੱਧਰ ਤੇ ਕਿਤੇ ਵੀ ਕਾਨੂੰਨ ਨਹੀਂ ਬਣਾਇਆ ਹੋਇਆ। ਨਾਰਵਿਚ ਸਿਟੀ ਦੇ ਕੌਂਸਲ ਮੈਂਬਰ ਸਵਰਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਕਨੈਟਿਕਟ ਦੇ ਗਵਰਨਰ ਨੇ ਪਿਛਲੇ ਦਿਨੀ ਬਿੱਲ SB 133 ਤੇ ਦਸਤਖਤ ਕਰ ਦਿੱਤੇ, ਜੋ ਕਿ ਪੁਲਿਸ ਅਫਸਰਾਂ ਨੂੰ ਆਪਣੇ ਧਾਰਮਿਕ ਚਿੰਨ੍ਹ ਧਾਰਨ ਕਰਨ ਦੀ ਇਜਾਜ਼ਤ ਦਿੰਦਾ ਹੈ। ਕਨੈਟਿਕਟ ਵਿੱਚ ਇਹ ਬਿੱਲ ਲਾਗੂ ਕਰਵਾਉਣ ਲਈ ਸਿੱਖ ਭਾਈਚਾਰੇ ਵੱਲੋਂ ਅਣਥੱਕ ਯਤਨ ਕੀਤੇ ਗਏ, ਕਿਉਂਕਿ ਸਿੱਖਾਂ ਨੂੰ ਨਾ ਸਿਰਫ ਪੱਗ ਬੰਨ੍ਹਣ ਦਾ ਹੱਕ ਮਿਲੇਗਾ, ਸਗੋਂ ਪੂਰੇ ਅਮਰੀਕਾ ਵਿੱਚ ਅਜਿਹੇ ਕਾਨੂੰਨ ਪਾਸ ਕਰਨ ਦਾ ਰਾਹ ਪੱਧਰਾ ਹੋਵੇਗਾ। ਸਵਰਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਸੂਬੇ ਦੇ 36 ਵਿੱਚੋਂ 35 ਸੈਨੇਟ ਮੈਂਬਰਾਂ ਅਤੇ ਅਸੈਂਬਲੀ ਦੇ ਸਾਰੇ 151 ਮੈਂਬਰਾਂ ਨੇ ਸਿੱਖਾਂ ਅਤੇ ਮੁਸਲਮਾਨਾਂ ਤੇ ਧਾਰਮਿਕ ਹੱਕਾਂ ਉੱਪਰ ਪਹਿਰਾ ਦਿੰਦੇ ਧਾਰਮਿਕ ਬਿੱਲ ਦੇ ਹੱਕ ਵਿੱਚ ਵੋਟ ਪਾਈ ਹੈ। ਚੇਤੇ ਰਹੇ ਕਿ 9/11 ਦੇ ਹਮਲੇ ਮਗਰੋਂ ਸਿੱਖਾਂ ਉੱਤੇ ਪਹਿਰਾਵੇ ਦੇ ਭੁਲੇਖੇ ਕਾਰਨ ਸੈਂਕੜੇ ਹਮਲੇ ਹੋਏ, ਪਰ ਹੁਣ ਸਿੱਖ ਪਛਾਣ ਬਾਰੇ ਵੱਡੇ ਪੱਧਰ ਤੇ ਜਾਗਰੂਕਤਾ ਫੈਲਾਈ ਜਾ ਰਹੀ ਹੈ। ਸਵਰਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਕਨੈਟਿਕਟ ਹੀ ਅਮਰੀਕਾ ਦਾ ਇੱਕੋ ਇੱਕ ਸੂਬਾ ਹੈ ਜਿੱਥੇ 1 ਨਵੰਬਰ ਨੂੰ ਸਿੱਖ ਨਸਲਕੁਸ਼ੀ ਦਿਹਾੜੇ ਦਾ ਨਾਂ ਦਿੱਤਾ ਗਿਆ। ਸੂਬੇ ਵਿੱਚ ਹਰ ਸਾਲ 1 ਨਵੰਬਰ ਨੂੰ ਸਿੱਖ ਨਸਲਕੁਸ਼ੀ ਦਿਹਾੜੇ ਵਜੋਂ ਯਾਦ ਕੀਤਾ ਜਾਂਦਾ ਹੈ।
ਬਿਊਰੋ ਰਿਪੋਰਟ, ਚੈਨਲ ਪੰਜਾਬੀ। ਬੀਤੇ ਸਾਲ ਨਾਲੋਂ ਇਸ ਸਾਲ ਕੈਨੇਡਾ ਵਿਖੇ ਪੰਜਾਬੀ ਮੂਲ ਦੇ ਅਪਰਾਧੀਆਂ ਅਤੇ ਅਪਰਾਧਣਾਂ ਦੀਆਂ ਗ੍ਰਿਫਤਾਰੀਆਂ ਲਗਭਗ ਦੁੱਗਣੀ ਗਿਣਤੀ ਵਿੱਚ ਹੋਣ ਦੀਆਂ ਖਬਰਾਂ ਨੇ। ਨਵਾਂ ਸਾਲ 2022 ਸ਼ੁਰੂ ਹੋਣ ਦੇ ਸਾਰ ਹੀ ਟੋਰਾਂਟੋ ਇਲਾਕੇ ਅਤੇ ਉਸ ਦੇ ਨੇੜਲੇ ਸ਼ਹਿਰਾਂ ਤੋਂ ਅਪਰਾਧਿਕ ਸਰਗਰਮੀਆਂ ਵਿੱਚ ਸ਼ਾਮਲ ਪੰਜਾਬੀਆਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ ਸੀ। ਹੁਣ ਕੈਨੇਡਾ 'ਚ ਸਟੋਰ ਲੁੱਟਣ ਦੇ ਮਾਮਲੇ 'ਚ 3 ਪੰਜਾਬੀ ਗ੍ਰਿਫਤਾਰ ਕਰ ਲਏ ਗਏ ਨੇ। ਕੈਨੇਡਾ ਦੇ ਮਿਸਿਸਾਗਾ ਸ਼ਹਿਰ ਦਾ ਇੱਕ ਸਟੋਰ ਲੁੱਟਣ ਗਏ 3 ਪੰਜਾਬੀ ਉੱਥੋਂ ਦੇ ਮੁਲਾਜ਼ਮਾਂ ਨਾਲ ਲੜ ਪਏ ਅਤੇ ਪੁਲਿਸ ਦੇ ਅੜਿੱਕੇ ਆ ਗਏ। ਪੀਲ ਰੀਜਨ ਪੁਲਿਸ ਨੇ ਦੱਸਿਆ ਕਿ ਇਹ ਵਾਰਦਾਤ 6 ਜੂਨ ਨੂੰ ਬਾਅਦ ਦੁਪਹਿਰ 3:30 ਵਜੇ ਵੁਲਫਡੇਲ ਰੋਡ ਅਤੇ ਡੰਡਸ ਸਟਰੀਟ ਇਲਾਕੇ 'ਚ ਵਾਪਰੀ। ਸਟੋਰ ਵਿੱਚ ਦਾਖਲ ਹੋਏ 3 ਜਾਣਿਆਂ ਨੇ $5000 ਦਾ ਸਮਾਨ ਲੁੱਟ ਲਿਆ, ਪਰ ਇਸੇ ਦੌਰਾਨ ਸਟੋਰ ਦੇ ਮੁਲਾਜ਼ਮਾਂ ਨਾਲ ਖੇਬੜ ਪਏ। ਦੂਜੇ ਪਾਸੇ ਪੁਲਿਸ ਮੌਕੇ ਤੇ ਪਹੁੰਚੀ ਤਾਂ ਲੁਟੇਰੇ ਚੋਰੀ ਦੀ ਇੱਕ ਗੱਡੀ ਵਿੱਚ ਫਰਾਰ ਹੋ ਗਏ। ਇਸ ਤੋਂ ਬਾਅਦ ਵਿੱਚ ਪੁਲਿਸ ਨੇ ਐਰਨ ਮਿਲਸ ਪਾਰਕਵੇ ਅਤੇ ਬਰਨਹੈਮਥੋਰਪ ਰੋਡ ਵੈਸਟ ਇਲਾਕੇ ਵਿੱਚੋਂ ਗੱਡੀ ਬਰਾਮਦ ਕਰਦਿਆਂ 3 ਜਾਣਿਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਮੁਤਾਬਕ ਮਿਸਿਸਾਗਾ ਦੇ ਵਸਨੀਕ 37 ਸਾਲਾ ਮਨਦੀਪ ਪੰਨੂ ਵਿਰੁੱਧ $5000 ਤੋਂ ਘੱਟ ਮੁੱਲ ਦੀ ਚੋਰੀ, ਅਪਰਾਧ ਰਾਹੀਂ ਹਾਸਲ ਸਮਾਨ ਆਪਣੇ ਕੋਲ ਰੱਖਣ, ਪੀਸ ਆਫਿਸ ਤੋਂ ਬਚ ਕੇ ਫਰਾਰ ਹੋਣ, ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ, ਰਿਹਾਇਸ਼ੀ ਸ਼ਰਤਾਂ ਦੀ ਪਾਲਣਾ ਨਾ ਕਰਨ ਅਤੇ ਚੋਰੀ ਵਾਸਤੇ ਔਜ਼ਾਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਨੇ। ਦੂਜੇ ਪਾਸੇ ਬਰੈਂਪਟਨ ਦੇ 37 ਸਾਲਾ ਕਮਲਜੀਤ ਸੰਧੂ ਵਿਰੁੱਧ $5000 ਤੋਂ ਘੱਟ ਮੁੱਲ ਦੀ ਚੋਰੀ ਕਰਨ, ਅਪਰਾਧ ਰਾਹੀਂ ਹਾਸਲ ਸਮਾਨ ਆਪਣੇ ਕੋਲ ਰੱਖਣ ਅਤੇ ਚੋਰੀ ਵਾਸਤੇ ਔਜ਼ਾਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਨੇ। ਤੀਜੇ ਮੁਲਜ਼ਮ ਬਰੈਂਪਟਨ ਦੇ 39 ਸਾਲਾ ਲਖਵਿੰਦਰ ਸੰਧੂ ਵਿਰੁੱਧ $5000 ਤੋਂ ਘੱਟ ਮੁੱਲ ਦੀ ਚੋਰੀ ਕਰਨ, ਅਪਰਾਧ ਰਾਹੀਂ ਹਾਸਲ ਸਮਾਨ ਰੱਖਣ ਅਤੇ ਚੋਰੀ ਲਈ ਵਰਤੇ ਜਾਂਦੇ ਔਜ਼ਾਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਮਨਦੀਪ ਪੰਨੂ ਆਪਣੇ ਵਿਰੁੱਧ ਲੱਗੇ ਦੋਸ਼ਾਂ ਬਾਰੇ ਜਵਾਬ ਦੇਣ ਲਈ 7 ਜੂਨ ਨੂੰ ਬਰੈਂਪਟਨ ਸਥਿਤ ਓਨਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ ਹੋਇਆ, ਜਦਕਿ ਕਮਲਜੀਤ ਸੰਧੂ ਅਤੇ ਲਖਵਿੰਦਰ ਸੰਧੂ ਦੀ ਪੇਸ਼ੀ 26 ਅਗਸਤ ਨੂੰ ਹੋਵੇਗੀ। ਅਮਰੀਕਨ ਦੂਤਾਵਾਸ ਨੇ ਆਖਿਆ ਕਿ ਉਹ ਸਤੰਬਰ ਤੋਂ ਰੂਟੀਨ ਵਿਅਕਤੀਗਤ ਟੂਰਿਸਟ ਵੀਜ਼ਾ ਮੁਲਾਕਾਤਾਂ ਨੂੰ ਮੁੜ ਸ਼ੁਰੂ ਕਰੇਗਾ। ਅਮਰੀਕਨ ਦੂਤਾਵਾਸ ਨੇ ਟਵੀਟ ਵਿੱਚ ਆਖਿਆ ਕਿ ਭਾਰਤ ਲਈ ਯੂਐਸ ਮਿਸ਼ਨ ਨੂੰ ਇਹ ਫੈਸਲਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਸਤੰਬਰ 2022 ਤੋਂ ਰੂਟੀਨ ਇਨ ਪਰਸਨ ਟੂਰਿਸਟ ਵੀਜ਼ਾ ਮੁਲਾਕਾਤਾਂ ਨੂੰ ਮੁੜ ਸ਼ੁਰੂ ਕਰ ਰਹੇ ਹਾਂ। ਟੂਰਿਸਟ ਵੀਜ਼ਾ ਤੇ ਅਮਰੀਕਾ ਜਾਣ ਦੀ ਉਡੀਕ ਵਿੱਚ ਬੈਠੇ ਭਾਰਤੀ ਕਮਰ ਕੱਸ ਲੈਣ, ਕਿਉਂਕਿ ਨਵੀਂ ਦਿੱਲੀ ਸਥਿਤ ਅਮਰੀਕਨ ਐਮਬੈਸੀ ਨੇ ਸਤੰਬਰ ਤੋਂ ਟੂਰਿਸਟ ਵੀਜ਼ਾ ਇੰਟਰਵਿਊ ਲਈ ਅਪਾਇੰਟਮੈਂਟ ਬੁਕਿੰਗ ਦਾ ਸਿਲਸਿਲਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਮਹਾਮਾਰੀ ਕਾਰਨ ਮਾਰਚ 2020 ਤੋਂ B1 B2 ਵੀਜ਼ਿਆਂ ਲਈ ਇੰਟਰਵਿਊਜ਼ ਬੰਦ ਸਨ ਅਤੇ ਹੁਣ ਇਹਨਾਂ ਦੇ ਸ਼ੁਰੂ ਹੋਣ ਨਾਲ ਹਜ਼ਾਰਾਂ ਭਾਰਤੀਆਂ ਨੂੰ ਫਾਇਦਾ ਹੋਵੇਗਾ। ਐਮਬੈਸੀ ਦੇ ਸੋਸ਼ਲ ਮੀਡੀਆ ਪੇਜ ਤੇ ਉਪਲਬਧ ਜਾਣਕਾਰੀ ਮੁਤਾਬਕ ਵਿਦਿਆਰਥੀ ਵੀਜ਼ਾ ਦੀ ਇੰਟਰਵਿਊਜ਼ ਲਈ ਅਪਾਇੰਟਮੈਂਟ ਬੁੱਕ ਕਰਨ ਲਈ ਪ੍ਰਕਿਰਿਆ ਤਕਰੀਬਨ ਮੁਕੰਮਲ ਹੋ ਚੁੱਕੀ ਹੈ ਜਾਂ ਨੇੜੇ ਭਵਿੱਖ ਵਿੱਚ ਹੋ ਜਾਵੇਗੀ, ਜਿਸ ਨੂੰ ਵੇਖਦਿਆਂ ਟੂਰਿਸਟ ਵੀਜ਼ਾ ਦੇ ਇਛੁੱਕ ਭਾਰਤੀ ਨਾਗਰਿਕਾਂ ਨੂੰ ਸੱਦਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਅਤੀਤ ਵਿੱਚ ਰੱਦ ਕੀਤੀਆਂ ਵੀਜ਼ਾ ਇੰਟਰਵਿਊਜ਼ ਨਾਲ ਸੰਬੰਧਿਤ ਉਮੀਦਵਾਰਾਂ ਨੂੰ ਨਵੇਂ ਸਿਰੇ ਤੋਂ ਅਪਾਇੰਟਮੈਂਟ ਲੈਣੀ ਹੋਵੇਗੀ। ਇਸ ਦੇ ਨਾਲ ਹੀ ਇੰਟਰਵਿਊਜ਼ ਦਾ ਸਿਲਸਿਲਾ 2023 ਤੱਕ ਜਾਰੀ ਰਹੇਗਾ। ਦੱਸ ਦਈਏ ਕਿ ਪਹਿਲੀ ਵਾਰ ਅਮਰੀਕਾ ਦਾ ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਇੰਟਰਵਿਊ ਤੋਂ ਛੋਟ ਦੀ ਸਹੂਲਤ ਨਹੀਂ ਮਿਲਦੀ। ਟੂਰਿਸਟ ਅਤੇ B1 B2 ਵੀਜ਼ਾ ਲਈ ਅਪਾਇੰਟਮੈਂਟ ਬੁੱਕ ਕਰਨ ਦੀ ਪ੍ਰਕਿਰਿਆ ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਦੀ ਵੈਬਸਾਈਟ ਰਾਹੀਂ ਕੀਤੀ ਜਾ ਸਕਦੀ ਹੈ। ਐਮਰਜੈਂਸੀ ਅਪਾਇੰਟਮੈਂਟ ਦੀ ਗੁਜ਼ਾਰਿਸ਼ ਕਰਨ ਵਾਲਿਆਂ ਦਾ ਕਾਰਨ ਠੋਸ ਨਾ ਹੋਣ ਦੀ ਸੂਰਤ ਵਿੱਚ ਉਹਨਾਂ ਦੀ ਅਰਜ਼ੀ ਰੱਦ ਕੀਤੀ ਜਾ ਸਕਦੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਮਹਾਮਾਰੀ ਤੋਂ ਪਹਿਲਾਂ ਹਰ ਸਾਲ ਲੱਖਾਂ ਭਾਰਤੀ ਟੂਰਿਸਟ ਵੀਜ਼ਾ ਤੇ ਅਮਰੀਕਾ ਜਾ ਰਹੇ ਸਨ। ਇਹਨਾਂ ਵਿੱਚੋਂ ਕਈ ਅਮਰੀਕਾ ਪੜ੍ਹਦੇ ਆਪਣੇ ਬੱਚਿਆਂ ਨੂੰ ਮਿਲਣ, ਕੁਝ ਆਪਣੇ ਰਿਸ਼ਤੇਦਾਰਾਂ ਕੋਲ ਜਾਣ ਅਤੇ ਕੁਝ ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਅਮਰੀਕਾ ਦਾ ਗੇੜਾ ਲਾਉਂਦੇ ਰਹਿੰਦੇ ਸੀ। ਮਿਸਾਲ ਵਜੋਂ ਦਿੱਲੀ ਸਥਿਤ ਇੱਕ ਫਰਮ ਦੇ ਮਾਲਕ ਦਾ B1 B2 ਵੀਜ਼ਾ ਪਿਛਲੇ ਸਾਲ ਅਗਸਤ ਵਿੱਚ ਖਤਮ ਹੋ ਗਿਆ। ਫਰਮ ਮਾਲਕ ਭਾਵੇਂ ਵੀਜ਼ਾ ਇੰਟਰਵਿਊ ਤੋਂ ਛੋਟ ਦੇ ਘੇਰੇ ਵਿੱਚ ਆਉਂਦੇ ਨੇ, ਪਰ ਕਾਗਜ਼ੀ ਕਾਰਵਾਈ ਹੋਣ ਵਿੱਚ ਲੱਗ ਰਹੇ ਸਮੇਂ ਕਾਰਨ ਉਹਨਾਂ ਨੂੰ ਇਸ ਸਾਲ ਨਵੰਬਰ ਤੋਂ ਪਹਿਲਾਂ ਵੀਜ਼ਾ ਮਿਲਣ ਦੇ ਆਸਾਰ ਨਹੀਂ। ਫਰਮ ਮਾਲਕ ਵੱਲੋਂ ਆਪਣੀ ਫਰਮ ਦੀ ਬ੍ਰਾਂਚ ਨਿਊ ਜਰਸੀ ਵਿੱਚ ਚੱਲ ਰਹੀ ਹੈ ਅਤੇ ਨਵੇਂ ਕਾਮਿਆਂ ਦੀ ਭਰਤੀ ਲਈ ਉਹਨਾਂ ਦਾ ਅਮਰੀਕਾ ਜਾਣਾ ਬੇहद ਜ਼ਰੂਰੀ ਹੈ।
ਪਰ ਮਹਾਮਾਰੀ ਨੇ ਸਭ ਗੜਬੜ ਕਰਕੇ ਰੱਖ ਦਿੱਤਾ ਹੈ। ਮੁੰਬਈ ਸਥਿਤ ਇਮੀਗ੍ਰੇਸ਼ਨ ਵਕੀਲ ਨੇ ਦੱਸਿਆ ਕਿ ਹੁਣ ਤੱਕ ਸਿਰਫ ਵੀਜ਼ੇ ਰਿਨਿਊਅਲ ਦੀ ਪ੍ਰਕਿਰਿਆ ਚੱਲ ਰਹੀ ਸੀ, ਪਰ ਨਵੇਂ ਵੀਜ਼ੇ ਲਈ ਇੰਟਰਵਿਊ ਸ਼ੁਰੂ ਹੋਣ ਦੇ ਐਲਾਨ ਨੇ ਭਾਰਤੀ ਲੋਕਾਂ ਦੀ ਖੁਸ਼ੀ ਦੁੱਗਣੀ ਕਰ ਦਿੱਤੀ ਹੈ। ਦੂਜੇ ਪਾਸੇ ਅਮਰੀਕਨ ਡਾਲਰ ਦੀ ਕੀਮਤ ਵਧਣ ਕਾਰਨ ਵੀਜ਼ਾ ਫੀਸ ਦੇ ਰੂਪ ਵਿੱਚ ਵੱਧ ਫੀਸ ਅਦਾ ਕਰਨੀ ਹੋਵੇਗੀ। ਕੁਝ ਦਿਨ ਪਹਿਲਾਂ ਤੱਕ ਵੀਜ਼ਾ ਪ੍ਰੋਸੈਸਿੰਗ ਫੀਸ ਦੇ ਰੂਪ ਵਿੱਚ 12,480 ਰੁਪਏ ਵਸੂਲ ਕੀਤੇ ਜਾ ਰਹੇ ਸਨ, ਪਰ ਹੁਣ 12,800 ਰੁਪਏ ਅਦਾ ਕਰਨੇ ਹੋਣਗੇ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਓਟਵਾ ਵਿਖੇ ਇੱਕ ਨਿਊਜ਼ ਕਾਨਫਰੰਸ ਦੌਰਾਨ ਫੈਡਰਲ ਸੀਨੀਅਰ ਮਿਨਿਸਟਰ ਕਮਲ ਖੈਰਾ ਨੇ ਘਰ ਵਿੱਚ ਰਹਿਣ ਵਾਲੇ ਬਜ਼ੁਰਗਾਂ ਦੀ ਸਹਾਇਤਾ ਲਈ ਇੱਕ ਨਵੀਂ ਪਹਿਲਕਦਮੀ ਏਜ ਵੈਲ ਐਟ ਹੋਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਪਹਿਲਕਦਮੀ ਨਾਲ ਬਜ਼ੁਰਗਾਂ ਨੂੰ ਸਹਾਇਤਾ ਪ੍ਰਦਾਨ ਕਰੇਗੀ ਅਤੇ ਇਹ ਯਕੀਨੀ ਬਣਾਵੇਗੀ ਕਿ ਉਹ ਉਮਰ ਦੇ ਨਾਲ-ਨਾਲ ਆਪਣੇ ਘਰਾਂ ਵਿੱਚ ਰਹਿ ਸਕਣ। ਓਟਾਵਾ ਵਿੱਚ ਇੱਕ ਨਿਊਜ਼ ਕਾਨਫਰੰਸ ਦੌਰਾਨ ਸੀਨੀਅਰ ਮੰਤਰੀ ਕਮਲ ਖੈਰਾ ਨੇ ਐਜ਼ ਵੈਲ ਐਟ ਹੋਮ ਨਾਮ ਦਾ ਇੱਕ ਨਵਾਂ ਇਨੀਸ਼ੀਏਟਿਵ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਤਾਂ ਜੋ ਬਜ਼ੁਰਗਾਂ ਨੂੰ ਰੋਜ਼ਾਨਾ ਦੀਆਂ ਗਤੀਵਿਧੀਆਂ ਲਈ ਵਿਹਾਰਕ ਸਹਾਇਤਾ ਪ੍ਰਦਾਨ ਕੀਤੀ ਜਾਵੇ। ਜਿੰਨਾ ਸੰਭਵ ਹੋ ਸਕੇ ਉਹ ਆਪਣੇ ਘਰਾਂ ਵਿੱਚ ਰਹਿਣ ਵਿੱਚ ਉਹਨਾਂ ਦੀ ਮਦਦ ਕੀਤੀ ਜਾ ਸਕੇ। ਕਮਲ ਖੈਰਾ ਨੇ ਕਿਹਾ ਕਿ ਇਹ ਇਨੀਸ਼ੀਏਟਿਵ ਘੱਟ ਆਮਦਨ ਵਾਲੇ ਬਜ਼ੁਰਗਾਂ ਨੂੰ ਉਹਨਾਂ ਦੀ ਆਪਣੇ ਘਰਾਂ ਵਿੱਚ ਬਿਹਤਰ ਸਹਾਇਤਾ ਤੇ ਦੇਖਭਾਲ ਪ੍ਰਦਾਨ ਕਰਨ ਲਈ ਸੰਸਥਾ ਨੂੰ ਫੰਡ ਪ੍ਰਦਾਨ ਕਰੇਗਾ। ਇਸ ਮੌਕੇ ਉਹਨਾਂ ਆਖਿਆ ਕਿ ਬਜਟ 2021 ਵਿੱਚ 2022-2023 ਤੋਂ ਸ਼ੁਰੂ ਹੋਣ ਵਾਲੇ 4 ਵਿੱਤੀ ਸਾਲਾਂ ਵਿੱਚ ਐਜ਼ ਵੈਲ ਐਟ ਹੋਮ ਲਈ 90 ਮਿਲੀਅਨ ਰੁਪਏ ਦੇ ਫੰਡ ਮੁਹੱਈਆ ਕਰਵਾਏ ਗਏ ਨੇ। Many seniors want to stay at home for as long as possible. It's about being independent, it's about being active, about being comfortable, it's about healthy aging. But sometimes that becomes difficult as they age. Many vulnerable seniors are left with no choice but to leave their home and transition into supportive care before they would otherwise need to if they had better supports available to them at home. No one should have to leave their home before they're ready to do so, especially if all they need in order to stay home is a little bit of extra help. This is something that we've heard from stakeholders across Canada and indeed seniors themselves from coast to coast to coast. And that's why I am so excited to be here and proud to announce that we will be providing as much of that extra help as possible through our new Age Well at Home initiative. This initiative is a result of our work with community-based organizations and other partners. Through this initiative, organizations will receive funding to provide practical support to help low-income and otherwise vulnerable seniors stay in their own homes. Not only will people get the help that they need, they will connect with members of their community, which will contribute to prevention of social isolation and creation of intergenerational connections. In terms of funding, Budget 2021 provided $90 million in funding for this new initiative. ਮੰਤਰੀ ਕਮਲ ਖੈਰਾ ਨੇ ਸਮਝਾਇਆ ਕਿ ਪ੍ਰਸਤਾਵਾਂ ਲਈ ਸੰਸਥਾਵਾਂ ਹੋਮ ਸਪੋਰਟ ਪਾਇਲਟ ਪ੍ਰੋਜੈਕਟ ਅਤੇ ਸਕੇਲਿੰਗ ਅਪ ਫॉर ਸੀਨੀਅਰਜ਼ ਵਿੱਚ ਹੋਮ ਸਪੋਰਟ ਪਾਇਲਟ ਪ੍ਰੋਜੈਕਟਾਂ ਵਿੱਚ 2 ਸੈਕਸ਼ਨਾਂ ਅਧੀਨ ਪ੍ਰੋਜੈਕਟਾਂ ਲਈ ਫੰਡਿੰਗ ਲਈ ਅਰਜ਼ੀ ਦੇਣ ਦੇ ਯੋਗ ਹੋਣਗੀਆਂ। ਉਹਨਾਂ ਸੰਸਥਾਵਾਂ ਜਿਨ੍ਹਾਂ ਕੋਲ ਇੱਕ ਤੋਂ ਵੱਧ ਵਾਲੰਟੀਅਰ ਆਧਾਰਿਤ ਸੇਵਾਵਾਂ ਪ੍ਰਦਾਨ ਕਰਨ ਦਾ ਤਜਰਬਾ ਹੈ, ਜਦੋਂ ਕਿ ਸਕੇਲਿੰਗ ਅਪ ਕਰਨ ਲਈ ਉਹ ਸੰਸਥਾਵਾਂ ਪ੍ਰਦਾਨ ਕਰਦੀਆਂ ਹਨ ਜੋ ਪਹਿਲੀਆਂ ਹੀ ਬਜ਼ੁਰਗਾਂ ਦੀਆਂ ਮਦਦ ਕਰਨ ਵਿੱਚ ਨਤੀਜੇ ਦਿਖਾ ਚੁੱਕੀਆਂ ਨੇ। As of today, we are officially kicking off the Age Well at Home initiative, and it is with great excitement that I announce the launch of the calls for proposal for this program. As of right now, eligible organizations can apply for funding under 2 different streams. One is the in-home support pilot projects, and the other is scaling up for seniors. The in-home support pilot project stream funds organizations that provide eligible volunteer-based services to seniors. Eligible services include things like meal delivery or preparation, light yard work, snow removal, or a friendly visit to a senior. Organizations can receive up to $800,000 in funding through this calls for proposal. And under the Scaling Up for Seniors stream, organizations can receive funding to help them expand services that have already demonstrated positive result for seniors from coast to coast to coast. ਦੱਸ ਦੇਈਏ ਕਿ ਸਰਕਾਰ ਵੱਲੋਂ ਸੰਸਥਾਵਾਂ ਨੂੰ 22 ਜੁਲਾਈ 2022 ਤੱਕ ਇਨ ਹੋਮ ਸਪੋਰਟ ਪਾਇਲਟ ਪ੍ਰੋਜੈਕਟ ਸਟ੍ਰੀਮ ਦੇ ਨਾਲ ਏਜ ਵੈਲ ਐਟ ਹੋਮ ਇਨੀਸ਼ੀਏਟਿਵ ਸੀਨੀਅਰ ਸਟ੍ਰੀਮ ਲਈ ਸਕੇਲਿੰਗ ਐਪ ਲਈ ਅਰਜ਼ੀ ਦੇਣ ਲਈ ਸੱਦਾ ਦਿੱਤਾ ਗਿਆ। ਬਿਊਰੋ ਰਿਪੋਰਟ, ਚੈਨਲ ਪੰਜਾਬੀ।
ਅੱਜ ਦੇ ਇਸ ਬੁਲਟਨ 'ਚ ਬਸ ਇੰਨਾ ਹੀ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।